बहुत सारी कम्युनिस्ट पार्टियां दे एजेंडे सोशलिस्ट ਜਿਹੜਾ सिस्टम ਸਥਾਪਿਤ ਕਰਨ ਦੀ ਗੱਲ ਕਰਦੇ ਆ, ਫਿਰ ਆਪਣੇ ਏਜੰਡੇ ਉਹਨਾਂ ਨੂੰ ਕੀ ਡਿਫਰੈਂਸ ਕੀ ਰਹਿ ਗਿਆ? नहीं डिफरेंस ये है कि पापूलर कम्युनिस्ट पार्टियां इस कद दियां नहीं बन पाइयां साडे सूबे दे विच कि वो लोगों की वोट भी लै सकन, लोगों को ये दसा सकन कि वो सत्ता के नेड़े जा रही ने। ये एजेंडे का जिहड़ा गल खेती की गल तो नवजोत सिद्धू ने भी की है, जे देखा जाए उन्होंने भी कहा भी चाहे बॉर्डर खोलण दी है भी व्यापार होएगा पाकिस्तान नाल जां होर कंट्रीज़ जिहड़े गवांढी हैगे उन्हां नाल होएगा। खेती दे विच सुधारां दी गल भी उन्होंने की हैगी। वो एजेंडे हालांकि कल क्वेश्चन भी होया सी एक ते ਉਹਦੇ 'ਤੇ ਅਣਜਾਣਤਾ ਵੀ ਪ੍ਰਗਟਾਈ ਗਈ ਸੀ ਜਿਹੜੇ ਉੱਥੇ ਬੁਲਾਰਿਆਂ ਵੱਲੋਂ। ਉਹਦੇ 'ਚ ਕੰਟਰਾਡਿਕਸ਼ਨ ਇਹ ਹੈ ਬਹੁਤ ਵੱਡੀ। ਨਾਲ ਦੀ ਨਾਲ ਉਹ ਏਜੰਡੇ ਦੀ ਗੱਲ ਕਰਦਾ ਦੋ ਚੀਜ਼ਾਂ ਦੀ, ਨਾਲ ਦੀ ਨਾਲ ਉਹ ਕਹਿੰਦਾ ਮੈਂ ਲੋਇਲ ਕਿਹਦੇ ਪ੍ਰਤੀ ਆ, ਸੋਨੀਆ ਰਾਹੁਲ ਤੇ ਪ੍ਰਿੰਕ। ਇਹ ਏਜੰਡੇ ਤਿਆਰ ਹੈ ਨਹੀਂ, ਜਿਹੜੀਆਂ ਵੀ ਏਜੰਡੇ ਆਏ ਨਾ ਕਿਸੇ ਤੋਂ ਲੈ ਲਿਆ ਜਾਂ ਕੁਛ ਕਰ ਲਿਆ। ਇਹਦੇ 'ਚ ਡਿਫਰੈਂਟ ਮਾਹਰਾਂ ਨੇ ਮੱਥਾ ਪੱਚੀ ਕੀਤੀ ਹੈ ਵੱਖ-ਵੱਖ ਮੁੱਦਿਆਂ 'ਤੇ, ਇਕੱਲੇ ਇੱਕ ਮੁੱਦੇ ਦਾ ਨਹੀਂ। ਪੰਜਾਬ ਦਾ ਸਵਾਰ ਇਕੱਲੇ ਇੱਕ ਮੁੱਦੇ ਨਾਲ ਨਹੀਂ ਸੁਲਝਣਾ। ਇਹ ਮਲਟੀਪਲ ਆਰਗਨ ਫੇਲਰ ਜਿਵੇਂ ਹੁੰਦਾ ਨਾ, ਬਿਮਾਰੀ ਕਹਿੰਦੇ ਨੇ ਇੱਕ ਲੱਗ ਗਈ ਦੂਜੀ ਲੱਗ ਗਈ ਤੀਜੀ ਲੱਗ ਗਈ, ਵੀ ਹੁਣ ਤਾਂ ਇਲਾਜ ਹੀ ਨਹੀਂ, ਇੱਕ ਦਾ ਇਲਾਜ ਕਰਦੇ ਦੂਜੀ ਖੜੀ ਹੋ ਜਾਂਦੀ। ਦੂਜੀ ਪੰਜਾਬ ਉੱਥੇ ਪਹੁੰਚਿਆ ਹੋਇਆ ਵੀ ਦਸਤਾਵੇਜ਼ ਬਣਨਾ ਚਾਹੀਦਾ, ਚੋਣ ਮਨੋਰਥ ਪੱਤਰ, ਚੁਣੇ ਨੁਮਾਇੰਦਿਆਂ ਨੂੰ ਵਾਪਸ ਬੁਲਾਉਣ ਦਾ ਹੱਕ ਹੋਣਾ ਚਾਹੀਦਾ। ਇਲੈਕਸ਼ਨ ਸਟੇਟ ਫੰਡਿੰਗ ਰਾਹੀਂ ਹੋਵੇ, ਪ੍ਰਾਈਵੇਟ ਖਰਚ ਬਿਲਕੁਲ ਬੰਦ ਕਰਨਾ ਚਾਹੀਦਾ। ਜੀ ਸੌਹਾਂ ਤਾਂ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਵੀ ਲੋਕਾਂ ਨੇ ਖਾਧੀਆਂ ਨੇ ਜੇ ਦੇਖਿਆ ਜਾਵੇ। ਅਤੇ ਕੀ ਇਹ ਏਜੰਡੇ ਜਿਹੜੇ ਆਪਾਂ ਰੱਖ ਰਹੇ ਹਾਂ, ਕੀ ਰਾਜਨੀਤਿਕ ਪਾਰਟੀਆਂ ਵਚਨਬੱਧ ਹੋਣਗੀਆਂ? ਕਿਉਂਕਿ ਵੋਟਾਂ ਤੋਂ ਪਹਿਲਾਂ ਤਾਂ ਕਹਿ ਦੇਣਗੀਆਂ ਵੀ ਹਾਂ ਵਚਨਬੱਧ ਆ, ਬਾਅਦ ਵਿੱਚ ਜੇ ਨਹੀਂ ਹੁੰਦੀਆਂ ਤਾਂ ਤੁਹਾਡਾ ਕੀ ਪ੍ਰਤੀਕਿਰਿਆ ਹੋਊਗੀ, ਕੀ ਕਰੋਗੇ ਤੁਸੀਂ? ਚਲੋ ਬਿਆਨ ਦੇ ਆਧਾਰ 'ਤੇ ਅਦਾਲਤ 'ਚ ਘੜੀਸੋਗੇ ਜਿਹੜੇ ਲੋਕ ਮੁੱਕਰਨ? ਨਹੀਂ ਬਿਲਕੁਲ, ਲੋਕ ਹੀ ਘੜੀਸਣਗੇ, ਇਹ ਤਾਂ ਲੋਕਾਂ ਦਾ ਏਜੰਡਾ, ਲੋਕਾਂ ਨੂੰ ਦੇਣਗੇ ਉਹ ਹਰਫਿਆ ਬਿਆਨ। ਨਹੀਂ ਅਗਵਾਈ ਤਾਂ ਕਿਸੇ ਆਰਗੇਨਾਈਜੇਸ਼ਨ ਜਿਵੇਂ ਤੁਸੀਂ ਸੰਸਥਾ ਬਣਾਈ ਆ, ਉਹ ਤਾਂ ਹੈ ਹੀ ਹੈ। ਅਮਤੋਜ ਮਾਨ ਜੀ ਆ ਜਾਂ ਬੱਬੂ ਮਾਨ ਆ, ਗੁਲਪਨਾਗ ਆ, ਜੋ ਸ਼ਖਸੀਅਤਾਂ ਇਸ ਸੰਸਥਾ ਦੇ ਨਾਲ ਜੁੜੀਆਂ ਨੇ, ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਦੇ ਕੋਈ ਰਾਜਨੀਤਿਕ ਮਕਸਦ ਉਹਨਾਂ ਦੇ ਨਹੀਂ ਹੋਣਗੇ? ਕੋਈ ਵੀ ਬੰਦਾ ਇਹਦੇ 'ਚੋਂ ਥਿੜਕ ਕੇ ਕਿਤੇ ਜਾਊਗਾ ਤਾਂ ਉਹ ਇਹਦਾ ਮੈਂਬਰ ਨਹੀਂ ਰਹੂਗਾ, ਇਹ ਕਲੀਅਰ ਕੱਟ ਹੈ ਸਭ ਦੇ ਲਈ। ਕੋਈ ਪਾਰਟੀ ਇਹਨਾਂ ਏਜੰਡਿਆਂ ਦੇ ਉੱਤੇ ਨਹੀਂ ਖੜਦੀ, ਕਿ ਕੋਈ ਜਨਤਕ ਅੰਦੋਲਨ ਕਰਨ ਦੀ ਵੀ ਤਿਆਰੀ ਕਰੋਗੇ? ਜੇ ਜਨਤਕ ਅੰਦੋਲਨ ਕਰਨਾ ਪੈਂਦਾ ਇਹਨਾਂ ਏਜੰਡਿਆਂ ਨੂੰ ਲੈ ਕੇ, ਕਿ ਜਿਹੜੇ ਕਲਾਕਾਰ ਨੇ ਜਾਂ ਤੁਸੀਂ ਆ ਆਪਣੇ ਕੰਮਕਾਰ ਛੱਡ ਕੇ ਉਸ ਅੰਦੋਲਨ ਦੀ ਅਗਵਾਈ ਕਰਨ ਲਈ ਤਿਆਰ ਹੋ? ਸਤਿ ਸ਼੍ਰੀ ਅਕਾਲ ਜੀ, ਦਾ ਮਿਰਰ ਪੰਜਾਬ ਟੀਵੀ ਦੇਖ ਰਹੇ ਹੋ, ਮੈਂ ਕਰਮ ਸੇਖਾ। ਦੋਸਤੋ, ਕਿਸਾਨੀ ਸੰਘਰਸ਼ 1 ਸਾਲ ਦੇ ਵਕਫੇ ਬਾਅਦ ਜਿੱਤ ਦੇ ਜਸ਼ਨ ਮਨਾ ਰਿਹਾ। ਅੱਜ ਸਾਰਾ ਪੰਜਾਬ, ਹਿੰਦੁਸਤਾਨ ਅਤੇ ਸੰਸਾਰ ਭਰ ਦੇ ਵਿੱਚ ਜਿਹੜੇ ਲੋਕ ਨੇ ਜਿੱਤ ਦੇ ਜਸ਼ਨ ਮਨਾ ਰਹੇ ਆ। ਇਸ ਤੋਂ ਬਾਅਦ ਰਾਜਨੀਤਿਕ ਹਲਕਿਆਂ ਦੇ ਵਿੱਚ ਕਾਫੀ ਉਥਲ ਪੁਥਲ ਹੋਈ ਆ। ਪੰਜਾਬ ਦੀ ਰਾਜਨੀਤੀ 'ਚ ਜੇ ਆਪਾਂ ਗੱਲ ਕਰੀਏ, ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਪਹਿਲਾਂ ਜਿਨ੍ਹਾਂ ਦੀ ਹੋਂਦ ਦੇ ਉੱਤੇ ਸਵਾਲ ਖੜ੍ਹਾ ਹੋ ਗਿਆ ਸੀ, ਉਹ ਦੁਬਾਰਾ ਤੋਂ ਸਰਵਾਈਵ ਕਰਨ ਲਈ ਹੱਥ ਪੈਰ ਮਾਰ ਰਹੀਆਂ ਨੇ, ਲੋਕ ਲੁਭਾਊ ਜਿਹੜੇ ਵਾਅਦੇ ਕਰ ਰਹੀਆਂ ਨੇ। ਔਰ ਇਸ ਸਾਰੇ ਸਿਆਸੀ ਵਰਤਾਰੇ ਦੇ ਵਿੱਚ ਇੱਕ ਚੀਜ਼ ਸਾਹਮਣੇ ਆ ਰਹੀ ਹੈ ਕਿ ਤੀਜੇ ਬਦਲ ਦੀ ਗੱਲ ਸਾਹਮਣੇ ਆ ਰਹੀ ਆ। ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਆਮ ਆਦਮੀ ਪਾਰਟੀ ਤੀਜਾ ਬਦਲ ਆ। ਇਹ ਤੋਂ ਬਿਨਾਂ ਚਰੂਨੀ ਸਾਹਿਬ, ਗੁਰਨਾਮ ਸਿੰਘ ਚਰੂਨੀ ਜੀ ਜਿਹੜੇ, ਉਹ ਵੀ ਕੋਸ਼ਿਸ਼ ਕਰ ਰਹੇ ਆ ਆਪਣੀ ਪਾਰਟੀ ਬਣਾ ਕੇ ਤੀਜਾ ਬਦਲ ਉਭਾਰਨ ਦੀ ਕੋਸ਼ਿਸ਼ ਕਰ ਰਹੇ ਆ। ਇੱਕ ਜਥੇਬੰਦੀ ਜਿਹੜੀ ਵਾਰਸ ਪੰਜਾਬ ਦੇ ਵੀ ਬਣਾਈ ਗਈ ਹੈ ਦੀਪ ਸਿੱਧੂ ਵੱਲੋਂ, ਅਤੇ ਇੱਦਾਂ ਦੇ ਹੋਰ ਬਹੁਤ ਸਾਰੇ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਜਿਹੜੀਆਂ ਆਪਣੇ ਆਪ ਨੂੰ ਤੀਜੇ ਬਦਲ ਵੱਲੋਂ ਪੇਸ਼ ਕਰ ਰਹੀਆਂ ਨੇ। ਪਰ ਇਸ ਸਾਰੇ ਸਿਆਸੀ ਵਰਤਾਰੇ ਦੇ ਦਰਮਿਆਨ ਇੱਕ ਨਵੀਂ ਆਰਗੇਨਾਈਜੇਸ਼ਨ ਸਾਹਮਣੇ ਆਈ ਹੈ ਕੱਲ੍ਹ, ਜਿਹਦੇ ਵਿੱਚ ਅਮਿਤੋਜ ਮਾਨ, ਬੱਬੂ ਮਾਨ, ਜਸ ਬਾਜਵਾ ਅਤੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ ਵੀ ਨਾਲ ਨੇ। ਅਤੇ ਉਹਨਾਂ ਵੱਲੋਂ ਹਾਲਾਂਕਿ ਬਿਲਕੁਲ ਕਲੀਅਰ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਦੇ ਤੌਰ 'ਤੇ ਕੰਮ ਨਹੀਂ ਕੀਤਾ ਜਾਏਗਾ, ਜਾਂ ਵੋਟਾਂ 'ਚ ਖੜ੍ਹੇ ਹੋਣਾ ਜਾਂ ਰਾਜਨੀਤਿਕ ਦਖਲਅੰਦਾਜ਼ੀ ਜਿਹੜੀ ਆ ਉਹ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ 'ਤੇ ਕੀਤੀ ਜਾਏਗੀ। ਅਤੇ ਕੀ ਏਜੰਡੇ ਹੋਣਗੇ, ਉਹ ਕਿੱਦਾਂ ਸੰਭਵ ਹੋਏਗਾ, ਆਪਾਂ ਗੱਲ ਕਰਾਂਗੇ। ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਹਮੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਜੀ ਮੁਬਾਰਕ ਤੁਹਾਨੂੰ ਇਹ ਜਥੇਬੰਦੀ ਬਣਾਉਣ ਦੇ ਲਈ, ਜਿਹੜੀ ਪੰਜਾਬ ਦੇ ਵਿੱਚ ਰਾਜਨੀਤਿਕ ਮਸਲਿਆਂ ਨੂੰ ਲੈ ਕੇ ਬਣਾਈ ਗਈ ਹੈ। ਜੋ ਕੱਲ੍ਹ ਪ੍ਰੈਸ ਕਾਨਫਰੰਸ 'ਚ ਜੋ ਗੱਲ ਸਾਹਮਣੇ ਆਈ ਆ, ਲੱਗਦਾ ਕਿ ਇੱਕ ਪ੍ਰੈਸ਼ਰ ਗਰੁੱਪ ਬਣਾਇਆ ਜਾ ਰਿਹਾ, ਜਿਹੜਾ ਕਿ ਰਾਜਨੀਤਿਕ ਪਾਰਟੀਆਂ ਦੇ ਉੱਤੇ ਇੱਕ ਪ੍ਰੈਸ਼ਰ ਬਣਾਏਗਾ ਕਿ ਆਹ ਏਜੰਡਿਆਂ ਦੇ ਉੱਤੇ ਕੰਮ ਕਰੋ। ਕੀ ਮੁੱਖ ਏਜੰਡੇ ਕੀ ਆ ਪ੍ਰੈਸ਼ਰ? ਅਸਲ ਦੇ ਵਿੱਚ ਪੰਜਾਬ ਦੇ ਵਿੱਚ ਇਹ ਦੇਖਿਆ ਗਿਆ ਕਿ ਪਾਰਟੀਆਂ ਉੱਤੇ ਗੱਠਜੋੜ ਤਾਂ ਬਹੁਤ ਬਣ ਰਹੇ ਨੇ,
ਜਿਵੇਂ ਅਕਾਲੀ BSP ਗੱਠਜੋੜ ਬਣ ਗਿਆ, ਅੱਜ ਕੱਲ੍ਹ BJP ਲੱਗੀ ਹੋਈ ਹੈ ਅਮਰਿੰਦਰ ਸਿੰਘ ਢੀਂਡਸਿਆਂ ਨਾਲ ਗੱਠਜੋੜ ਬਣਨ ਲਈ, ਅਤੇ ਕਾਂਗਰਸ ਆਪਣੇ ਤਰੀਕੇ ਨਾਲ ਇੱਕ ਗੱਠਜੋੜ ਹੈ ਅੰਦਰ ਜਿਹੜਾ ਟਕਰਾਅ ਆਪਸੀ ਚੱਲੀ ਜਾਂਦਾ, ਜਿਹੋ ਜਿਹਾ ਵੀ ਚੱਲੀ ਜਾਂਦਾ। ਆਮ ਆਦਮੀ ਪਾਰਟੀ ਦੂਜਿਆਂ 'ਚੋਂ ਲਿਆ ਕੇ ਬੰਦੇ ਆਪਣੇ 'ਚ ਸ਼ਾਮਲ ਕਰ ਰਹੀ ਹੈ। ਸਭ ਦਾ ਮਿਸ਼ਨ 22 ਹੈ। ਮਿਸ਼ਨ 22 ਦਾ ਮਤਲਬ ਹੈ 22 'ਚ ਸੱਤਾ 'ਤੇ ਕਬਜ਼ਾ। ਤੁਸੀਂ ਆ ਕੇ ਕਰੋਗੇ ਕਿ ਪੰਜਾਬ ਕਿਹੜੇ ਸੰਕਟ 'ਚੋਂ ਗੁਜ਼ਰ ਰਿਹਾ ਹੈ, ਉਹ ਸੰਕਟ ਨੂੰ ਪਹਿਲਾਂ ਨਿਸ਼ਾਨਦੇਹੀ ਕਰਨੀ ਪਏਗੀ। ਜਿਵੇਂ ਕਿਸਾਨ ਅੰਦੋਲਨ ਨੇ ਪੰਜਾਬ ਦੇ ਮੁੱਢਲੀਆਂ ਚੀਜ਼ਾਂ ਦੀ ਨਿਸ਼ਾਨਦੇਹੀ ਕੀਤੀ ਸੀ। ਇੱਕ ਤਾਂ ਇਹ ਬਹੁਤ ਮਹੱਤਵਪੂਰਨ ਨਿਸ਼ਾਨਦੇਹੀ ਸੀ ਕਿ ਜਿੰਨਾ ਚਿਰ ਕਾਰਪੋਰੇਟ ਵਿਕਾਸ ਦੇ ਮਾਡਲ ਨੂੰ ਚੁਣੌਤੀ ਨਹੀਂ ਦਿੱਤੀ ਜਾਂਦੀ, ਉਨੀ ਦੇਰ ਇਹ ਸਿਸਟਮ ਦੇ ਵਿੱਚ ਸੁਧਾਰ ਜਾਂ ਲੋਕਾਂ ਦੇ ਪੱਖੀ ਕੋਈ ਤਬਦੀਲੀ ਸੰਭਵ ਨਹੀਂ ਹੈ। ਇਹ ਇੱਕ ਵੱਡਾ ਨੁਕਤਾ ਸੀ। ਦੂਜਾ ਨੁਕਤਾ ਇਹ ਸੀ ਕਿ ਕੇਂਦਰ ਸਰਕਾਰ ਧੱਕੇ ਨਾਲ ਲੋਕਾਂ ਤੇ ਰਾਜਾਂ ਦੇ ਅਧਿਕਾਰ ਆਪਣੇ ਹੱਥ 'ਚ ਲੈ ਰਹੀ ਹੈ, ਕੇਂਦਰਿਤ ਕਰ ਰਹੀ ਹੈ। ਇਸੇ ਕਰਕੇ ਸੀ ਕਿ ਖੇਤੀ ਸੂਬਿਆਂ ਦਾ ਵਿਸ਼ਾ ਸੀ, ਤਾਂ ਵੀ ਕੇਂਦਰ ਸਰਕਾਰ ਨੇ ਆਪ ਕਾਨੂੰਨ ਬਣਾਤੇ ਜ਼ਬਰਦਸਤੀ। ਇਹ ਫੈਡਰਲਿਜ਼ਮ ਔਰ ਸੰਵਿਧਾਨ ਦੀ ਉਲੰਘਣਾ ਸੀ। ਇਹ ਮੁੱਦਾ ਕਿਸਾਨ ਅੰਦੋਲਨ ਨੇ ਉਠਾਇਆ। ਪਰ ਕਿਸੇ ਪਾਰਟੀ ਦਾ ਇਹ ਮੁੱਦਾ ਹੈ, ਪਾਰਟੀਆਂ ਕਹਿੰਦੇ ਨੇ ਮੈਂ 200 ਯੂਨਿਟ ਫਰੀ, ਮੈਂ 400 ਯੂਨਿਟ ਫਰੀ, ਮੈਂ ਫਲਾਨਾ 1000 ਰੁਪਇਆ ਔਰਤਾਂ ਨੂੰ ਜਾਏ। ਪੰਜਾਬ ਦੇ ਢਾਂਚਾਗਤ ਮੁੱਦੇ ਨੇ, ਉਹ ਮੁੱਦਿਆਂ 'ਤੇ ਚਰਚਾ ਕੀਤੇ ਬਿਨਾਂ ਜਾਂ ਕਿਹੜੀ ਪਾਰਟੀ ਇਸ ਲਈ ਜਿਹੜਾ ਬਦਲ ਦਾ ਸਵਾਲ ਆਉਂਦਾ, ਦੂਜਾ ਤੀਜਾ ਚੌਥਾ ਬਦਲ ਹੈ ਹੀ ਨਹੀਂ, ਸਾਰੀਆਂ ਇੱਕੋ ਲੇਨ 'ਤੇ ਨੇ। ਜੇ ਪਾਰਟੀਆਂ ਨੇ 370 ਧਾਰਾ ਜੰਮੂ ਕਸ਼ਮੀਰ ਦੀ ਟੁੱਟੀ, ਕਿਹੜੀ ਪਾਰਟੀ ਹੈ ਜਿਹਨੇ ਪੱਖ 'ਚ ਵੋਟ ਨਹੀਂ ਪਾਈ? ਜੇ ਤੁਸੀਂ ਫੈਡਰਲ ਸਟਰਕਚਰ ਦੇ ਮਦਈ ਹੁੰਦੇ ਤਾਂ ਉਹਦੇ ਵਿਰੋਧ 'ਚ ਤੁਹਾਨੂੰ ਖੜਨਾ ਚਾਹੀਦਾ ਸੀ। ਔਰ ਇਸੇ ਤਰ੍ਹਾਂ ਨਾਗਰਿਕ ਸੋਧ ਬਿੱਲ ਬਣਿਆ ਜਿਹੜਾ ਇੱਕ ਧਰਮ ਦੇ ਲੋਕਾਂ ਨੂੰ ਬਾਹਰ ਕੱਢਦਾ ਉਹ ਸਾਰੇ ਮਾਮਲੇ ਦੇ ਵਿੱਚੋਂ। ਕਿਹੜੀ ਪਾਰਟੀ ਹੈ ਜਿਹਨੇ ਉਹਦੇ ਪੱਖ 'ਚ ਵੋਟ ਨਹੀਂ ਪਾਈ? UAPA, NIA, ਕਿਰਤ ਸੋਧ ਸਾਰੀਆਂ ਹੋਈਆਂ। ਇਹਨਾਂ ਮੇਨ ਸਟ੍ਰੀਮ ਪਾਰਟੀਆਂ 'ਚੋਂ ਕਿਹੜੀ ਪਾਰਟੀ ਹੈ ਜਿਹੜੀ ਅਲੱਗ ਖੜੀ ਦਿਖਾਈ ਦਿੱਤੀ? ਤਾਂ ਫਿਰ ਇੱਕੋ ਪੈੜ 'ਤੇ ਨੇ। ਅਸਲ 'ਚ ਅਲਟਰਨੇਟਿਵ ਕਿਹੜਾ ਹੁੰਦਾ? ਅਲਟਰਨੇਟਿਵ ਚਿਹਰਿਆਂ ਦਾ, ਬੰਦਿਆਂ ਦਾ, ਪਾਰਟੀਆਂ ਦਾ ਨਹੀਂ ਹੁੰਦਾ। ਅਲਟਰਨੇਟਿਵ ਏਜੰਡੇ ਦਾ ਹੁੰਦਾ, ਪਾਲਿਸੀ ਦਾ ਹੁੰਦਾ। ਇਸ ਕਰਕੇ ਇਹ ਜਿਹੜਾ ਪਾਲਿਸੀ ਹੈ, ਸਭ ਤੋਂ ਪਹਿਲਾ ਕੁਐਸਚਨ ਇਹ ਹੈ ਕਿ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਹੈ ਦੇਸ਼ ਦਾ, ਉਹ ਫੈਡਰਲਿਜ਼ਮ ਦੇ ਏਜੰਡੇ 'ਤੇ ਹੈ। ਔਰ ਜਿਵੇਂ ਮਮਤਾ ਵੀ ਕਹਿ ਰਹੀ ਹੈ, ਜਿਵੇਂ DMK ਨੇ ਵੀ ਨੀਟ ਦੇ ਸਵਾਲ 'ਤੇ ਆਪਣੀ ਅਸੈਂਬਲੀ 'ਚ ਅਲੱਗ ਕੀਤਾ ਕਿ ਸਾਡੇ ਬੱਚੇ ਜਾਣੋਂ ਹੀ ਹਟ ਗਏ ਨੇ ਮੈਡੀਕਲ 'ਚ, ਅਤੇ ਸਾਂਝੇ, ਕਿਉਂਕਿ ਜਦੋਂ ਸਾਂਝਾ ਕੇਂਦਰ ਪੱਧਰ 'ਤੇ ਟੈਸਟ ਹੁੰਦਾ ਹੈ ਨਾ, ਉਹ 'ਚ ਵੱਡੇ ਸ਼ਹਿਰਾਂ ਦੇ ਜਿਹੜੇ ਬੱਚੇ ਜਿੱਥੇ ਬਹੁਤ ਮੈਡੀਕਲ ਸਹੂਲਤਾਂ ਨੇ, ਜਿੱਥੇ ਪੜ੍ਹਾਈ ਦੀਆਂ ਅਕੈਡਮੀਆਂ ਨੇ, ਉਹੀ ਲੰਘ ਜਾਂਦੇ ਨੇ। ਇਹ 'ਚ ਰੂਰਲ ਏਰੀਆ ਵੀ ਮਾਰਿਆ ਜਾਂਦਾ, ਇਹ 'ਚ ਗਰੀਬ ਦੇ ਸੂਬੇ ਵੀ ਮਾਰੇ ਜਾਂਦੇ ਨੇ, ਇਹ 'ਚ ਬਾਕੀ ਲੋਕ ਮਾਰੇ ਜਾਂਦੇ ਨੇ। ਇਸੇ ਤਰ੍ਹਾਂ 29 ਡਿਪਾਰਟਮੈਂਟ ਨੇ, ਜਿਹੜੇ 29 ਡਿਪਾਰਟਮੈਂਟਾਂ ਦਾ ਕੰਮ, ਉਹਦੇ ਕਾਮੇ ਅਤੇ ਉਹਦੇ ਨਾਲ ਸੰਬੰਧਿਤ ਬਜਟ ਇਹ ਪੰਚਾਇਤੀ ਰਾਜ ਸੰਸਥਾਵਾਂ ਦੇ ਹਵਾਲੇ ਹੋਣਾ। 73ਵੀਂ ਸੰਵਿਧਾਨ। ਜੇ ਕਰਨਾਟਕਾ ਦਾ 40% ਬਜਟ ਸਿੱਧਾ ਇਹਨਾਂ ਸੰਸਥਾਵਾਂ ਦੇ ਖਾਤੇ 'ਚ ਜਾਂਦਾ ਹੈ, ਸਾਡੇ ਇੱਕ ਵੀ ਪੈਸਾ ਨਹੀਂ ਜਾਂਦਾ, ਤਾਂ ਇਹ ਸਵਾਲ ਤਾਂ ਖੜਾ ਕਰਨਾ ਪਏਗਾ ਹਰ ਪਾਰਟੀ ਨੂੰ, ਭਾਈ ਸਾਹਿਬ ਉਹ ਕਿੱਥੇ ਹੈ ਸਾਡੇ ਹਿੱਸੇ ਦਾ ਪੈਸਾ? ਅਸੀਂ ਪਿੰਡ 'ਚ ਰਹਿ ਕੇ ਗੁਨਾਹ ਕੀਤਾ, ਮਤਲਬ ਜੀ ਅਸੀਂ ਇਸੇ ਦੇਸ਼ ਦੇ ਵਿੱਚ ਰਹਿੰਦੇ ਹਾਂ। ਅਤੇ ਇਹ ਜਿਹੜੇ ਸਵਾਲ ਇਸੇ ਤਰ੍ਹਾਂ ਲੋਕਲ ਬਾਡੀ ਦਾ, ਜਿਹੜੇ ਸ਼ਹਿਰਾਂ 'ਚ ਰਹਿੰਦੇ ਨੇ, ਉਹ 74ਵੀਂ ਸੋਧ ਮੁਤਾਬਕ 18 ਡਿਪਾਰਟਮੈਂਟ ਨੇ ਜਿਹੜੇ ਸ਼ਹਿਰ ਨੂੰ ਲੱਗਦੇ ਨੇ, ਜਿਹੜੇ ਸ਼ਹਿਰ ਦੇ ਵਿਕਾਸ 'ਚ ਨੇ। ਉਹਦਾ ਵੀ ਇਸੇ ਤਰੀਕੇ ਨਾਲ ਬਜਟ ਕੰਮ 'ਤੇ ਕਾਮੇ ਦੇਣਾ, ਅਤੇ ਤੁਸੀਂ ਨਹੀਂ ਦੇ ਰਹੇ। ਇਹ ਤੁਸੀਂ ਕਿਸੇ ਪਾਰਟੀ ਦੇ ਏਜੰਡੇ 'ਚ ਦੇਖ ਰਹੇ ਹੋ? ਜਿੰਨੀਆਂ ਵੀ ਪਾਰਟੀਆਂ ਆ ਰਹੀਆਂ ਨੇ ਕਿ ਇਹ ਅਧਿਕਾਰ ਲੋਕਾਂ ਨੂੰ, ਇਕੱਲੀ ਖੈਰਾਤ ਨਹੀਂ ਚਾਹੀਦੀ, ਲੋਕਾਂ ਨੂੰ ਹੱਕ ਚਾਹੀਦਾ ਤਾਂ ਕਿ ਉਹ ਆਪਣੇ ਹੱਕ ਨਾਲ ਫੈਸਲਾ ਕਰ ਸਕਣ ਕਿ ਹਾਂ ਇਸੇ ਤਰੀਕੇ ਨਾਲ ਅਗਲਾ ਪੜਾਅ ਇਹਦਾ ਮਨਰੇਗਾ ਹੈ। ਮਨਰੇਗਾ ਦੇ ਵਿੱਚ ਪਹਿਲੀ ਵਾਰ ਇਸ ਦੇਸ਼ ਦੇ ਵਿੱਚ ਰੁਜ਼ਗਾਰ ਸਭ ਤੋਂ ਮੇਜਰ ਮੁੱਦਾ ਹੈ। ਰੁਜ਼ਗਾਰ ਜ਼ਿੰਦਗੀ ਦੇ ਜਿਉਣ ਦੇ ਅਧਿਕਾਰ ਨਾਲ ਜੁੜਿਆ ਹੋਇਆ। ਜੇ ਰੋਜੀ ਰੋਟੀ ਦਾ ਕੋਈ ਜ਼ਰੀਆ ਨਹੀਂ ਹੈ ਤਾਂ ਜਿਉਣ ਦਾ ਵੀ ਫਿਰ ਮਤਲਬ ਖਤਮ ਹੋ ਜਾਂਦਾ ਬੰਦੇ ਦੇ। ਅਤੇ ਉਹ ਮਨਰੇਗਾ 'ਚ ਘੱਟੋ ਘੱਟ ਇੱਕ ਵਾਰ ਇਹ ਮਿਲਿਆ ਕਿ 100 ਦਿਨ ਦਾ ਸੰਵਿਧਾਨਕ ਗਰੰਟੀ ਮਿਲੀ ਹੈ। ਵੈਸੇ ਤਾਂ ਸਭ ਨੂੰ ਚਾਹੀਦੀ ਹੈ, ਪਰ ਇਹਦੇ 'ਚ ਇਹ ਹੈ ਕਿ ਗਰੀਬ ਵਰਗ ਲਈ ਬਹੁਤ ਇੱਕ ਮਹੱਤਵਪੂਰਨ ਗੱਲ ਹੈ। ਇਹਦੇ 'ਚ ਕੋਈ ਜਾਤ ਦਾ ਸਵਾਲ ਨਹੀਂ। ਅਜੇ ਤੱਕ ਅਸੀਂ ਇਹੀ ਸਮਝੀ ਜਾਂਦੇ ਹਾਂ ਦਲਿਤਾਂ ਦਾ ਹੈ, ਫਲਾਨਾ ਹੈ, ਧਮਕਾ ਹੈ। ਹੁਣ ਉਹ 100 ਦਿਨ ਦਾ ਵੀ ਕੰਮ 22-23 ਦਿਨਾਂ 'ਤੇ ਕਿਉਂ ਰਹਿ ਜਾਂਦਾ? ਉਹ ਕਿਉਂ ਨਹੀਂ ਮਿਲਦਾ? ਕਿਉਂ ਰਲੇ ਮਿਲੇ ਨੇ ਸਾਰੇ, ਸਰਪੰਚ ਤੋਂ ਲੈ ਕੇ BDO ਤੋਂ ਲੈ ਕੇ ਉੱਪਰ ਮੰਤਰੀ ਤੱਕ? ਜਿਹੜਾ ਇੱਕ ਸੰਵਿਧਾਨ ਨੇ ਹੱਕ ਦੇਤਾ ਉਹ ਤਾਂ ਉਹਨਾਂ ਨੂੰ ਮਿਲਣਾ ਚਾਹੀਦਾ ਨਾ। ਆ ਕਿੰਨੇ ਥਾਵਾਂ 'ਤੇ ਅੱਜ ਸਨਾਮ ਧਰਨਾ ਚੱਲ ਰਿਹਾ, ਹੁਣ ਵੀ ਵੱਖ-ਵੱਖ ਥਾਵਾਂ 'ਤੇ ਧਰਨੇ ਚੱਲਦੇ ਨੇ, ਕਿਉਂਕਿ ਉਹਦੇ 'ਚ ਹੱਕ ਹੈ ਕਿ ਮੈਂ ਜਦੋਂ ਕੰਮ ਚਾਹੁੰਦਾ ਮੈਨੂੰ ਉਦੋਂ ਮਿਲੂਗਾ। ਮੈਂ ਉਸ ਤਰੀਕੇ ਦੇ ਨਾਲ ਜਦੋਂ ਮੰਗੂਗਾ ਕੰਮ 100 ਦਿਨ 365 ਦਿਨਾਂ 'ਚੋਂ ਮੈਂ ਉਦੋਂ ਲੈਣਾ। ਪਰ ਉਹ ਕੀ ਕਰਦੇ ਨੇ? ਹਾੜੀ ਸੌਣੀ 'ਚ ਕਹਿੰਦੇ ਨੇ ਆ ਜਾਓ ਜੀ ਕੰਮ 'ਤੇ। ਇੱਕ ਤਾਂ ਇਹ ਟਕਰਾਅ ਪੈਦਾ ਕਰਦੇ ਨੇ। ਫਿਰ ਕਿਸਾਨ ਕਹਿੰਦਾ ਮੈਨੂੰ ਮਜ਼ਦੂਰ ਨਹੀਂ ਮਿਲ ਰਿਹਾ, ਮਜ਼ਦੂਰ ਕਹਿੰਦਾ ਵੀ ਮੈਂ ਕੀ ਕਰਾਂ, ਮੈਨੂੰ ਤਾਂ ਹੁਣ ਇੱਧਰ ਕੰਮ ਮਿਲ ਗਿਆ। ਜਦੋਂ ਹਾੜੀ ਸੌਣੀ ਉਹਨੂੰ ਪਿੰਡ 'ਚ ਕੰਮ ਮਿਲਦਾ ਉੱਥੇ ਲੈਣ ਦਿਓ, ਜਦੋਂ ਉਹਨੂੰ ਕੰਮ ਪਿੰਡ 'ਚ ਨਹੀਂ ਮਿਲਦਾ ਉਦੋਂ ਦਿਓ ਨਾ, ਤਾਂ ਕਿ ਉਹਦਾ ਜੁਰਲਾ 365 ਦਿਨ ਚੱਲਦਾ ਰਹੇ। ਇਹ ਕਾਨੂੰਨ ਦੀ ਸਮਝ ਵੀ ਨਹੀਂ ਹੈ। ਅਤੇ ਕਾਨੂੰਨ ਦੀ ਸਮਝ ਲਈ ਜੇ ਕੋਈ ਲੜਦਾ ਹੈ ਤਾਂ ਉਹਦੇ ਖਿਲਾਫ ਸਾਰੇ ਇਕੱਠੇ ਹੋ ਜਾਂਦੇ ਨੇ। ਉਹਦੇ ਲਈ ਇੱਕ ਅਪੁਆਇੰਟਮੈਂਟ ਲੈਟਰ ਦੇਣਾ ਹੁੰਦਾ ਹੈ ਮਨਰੇਗਾ ਮਜ਼ਦੂਰ ਨੂੰ, ਜਿੰਨੇ ਦਿਨ ਵੀ ਕੰਮ 'ਤੇ ਲੱਗਣਾ। 14 ਦਿਨ ਤੋਂ ਕੰਮ ਘੱਟ ਦਿੱਤਾ ਨਹੀਂ ਜਾ ਸਕਦਾ, ਵੱਧ ਤੋਂ ਵੱਧ 100 ਦਿਨ ਹੈ। ਤੁਸੀਂ ਸਰਵੇ ਕਰਕੇ ਦੇਖ ਲਓ 14 ਦਿਨ ਦਾ ਕੰਮ ਕਿੱਥੇ ਮਿਲ ਰਿਹਾ ਲਗਾਤਾਰ? ਕਿਤੇ ਵੀ ਨਹੀਂ ਹੈ।
ਜੇ ਗੈਰ ਕਾਨੂੰਨੀ ਤਰੀਕੇ ਹੋ ਰਹੇ ਨੇ, ਸਾਰੀਆਂ ਚੀਜ਼ਾਂ ਹੋ ਰਹੀਆਂ ਨੇ, ਔਰ ਨਾਲੇ ਉਹ ਕਾਨੂੰਨ ਇਹ ਹੈ ਕਿ ਉਹਦਾ ਸੈਕਸ਼ਨ 25 ਸਜ਼ਾਯੋਗ ਅਪਰਾਧ ਹੈ। ਅੱਜ ਤੱਕ ਇੱਕ ਵੀ ਬੰਦੇ ਨੂੰ ਸਜ਼ਾ ਮਿਲੀ ਜਿਹਨੇ ਉਹਨਾਂ ਦਾ ਉਲੰਘਣਾ ਕੀਤੀ ਹੈ। ਇਹ ਜੇ ਪਾਰਟੀਆਂ ਦਾ ਮੁੱਦਾ ਨਹੀਂ ਹੈ ਤਾਂ ਫਿਰ ਪਾਰਟੀਆਂ ਕਿਹੜੇ ਲੋਕਾਂ ਦੀ ਸੁਧਾਰ ਚਾਹੁੰਦੀਆਂ ਨੇ? ਜੇ ਗਰੀਬ ਆਦਮੀ ਦੇ ਘਰੇ 4 ਪੈਸੇ ਜਾਣਗੇ, ਕੱਲਾ ਪੈਸਾ ਨਹੀਂ ਜਾਊ, ਜੇ ਮਨਰੇਗਾ ਉਹਨੂੰ ਸਮਾਜਿਕ ਜੂਲੇ 'ਚੋਂ ਕੱਢਦੀ ਹੈ, ਉਹ ਬੰਦਾ ਫਿਰ ਕਿਸੇ ਦੇ ਗੋਹਾ ਕੂੜਾ ਨਹੀਂ ਕਰਦਾ, ਉਹ ਕਹਿੰਦਾ ਮੈਂ ਸਰਕਾਰੀ ਪੈਸਾ ਲੈ ਰਿਹਾ। ਤੇ ਜੇ ਉਹਨੂੰ ਸਰਕਾਰ ਉਹਦੇ ਜੂਲੇ 'ਚੋਂ ਨਹੀਂ ਕੱਢਣਾ ਤਾਂ ਤੁਸੀਂ 1000 ਦੇ ਦਿਓ, 2000 ਦੇ ਦਿਓ, ਉਹਦਾ ਤਾਂ ਕੋਈ ਮਤਲਬ ਨਹੀਂ ਹੈ। ਉਹਨੂੰ ਤਬਦੀਲੀ ਉਦੋਂ ਆਉਣੀ ਹੈ ਉਹਦੀ ਜ਼ਿੰਦਗੀ 'ਚ ਜਦੋਂ ਦਾਅਵੇ 'ਚੋਂ ਬਾਹਰ ਆਊਗਾ, ਆਰਥਿਕ ਦਾਅਵੇ 'ਚੋਂ, ਸਮਾਜਿਕ ਦਾਅਵੇ 'ਚੋਂ ਤੇ ਬਾਕੀ ਸਾਰੇ ਕਿਸਮ ਦੇ ਦਾਅਵੇ 'ਚੋਂ। ਇਸੇ ਤਰ੍ਹਾਂ ਐਜੂਕੇਸ਼ਨ ਦਾ ਸਵਾਲ ਹੈ। ਐਜੂਕੇਸ਼ਨ ਤੁਸੀਂ ਕਹਿੰਦੇ ਮੈਂ ਦਿੱਲੀ ਵਰਗਾ ਬਣਾਊਗਾ, ਫਲਾਣੇ ਵਰਗਾ। ਮੈਂ ਕੋਈ ਪਾਰਟੀ ਇਹ ਸਟੈਂਡ ਕਿਉਂ ਨਹੀਂ ਲੈਂਦੀ ਕਿ ਇਕੁਅਲ ਐਜੂਕੇਸ਼ਨ ਦੀ ਅਪਰਚੁਨਿਟੀ ਹੋਣੀ ਚਾਹੀਦੀ ਹੈ? ਪੜੋਸੀ ਸਕੂਲਾਂ 'ਚ ਪੜ੍ਹੋ ਸਾਰੇ ਬੰਦੇ। ਦੁਨੀਆ ਦੇ ਵਿੱਚ ਜੇ ਸਾਰੇ ਬੰਦੇ ਪੜ੍ਹਦੇ, 30 ਸਾਲ ਪਹਿਲਾਂ ਸਾਡੇ ਵੀ ਪੜ੍ਹਦੇ ਹੀ ਸੀ, ਸਾਰੇ ਵੱਡੇ ਵੱਡੇ ਅਫਸਰ ਉਹਨਾਂ ਸਰਕਾਰੀ ਸਕੂਲਾਂ 'ਚ ਹੀ ਜਾਂਦੇ ਸੀ। ਔਰ ਜੇ ਤੁਸੀਂ ਇਹ ਬਣਾ ਦੋਗੇ ਸਭ ਟਾਈਪ ਦੇ ਬੱਚੇ ਉੱਥੇ ਪੜ੍ਹਨਗੇ, ਸਰਪੰਚ ਦਾ ਬੱਚਾ ਵੀ ਉੱਥੇ ਪੜ੍ਹੂਗਾ, ਟੀਚਰ ਦਾ ਵੀ, ਆਪੀਓ ਸਕੂਲ 'ਚ ਸੁਧਰ ਜੂਗਾ ਕੰਮ ਸਗੋਂ ਹੋਰ, ਕਿਉਂਕਿ ਉਹਦੇ 'ਤੇ ਚੈੱਕ ਰਹਿਣਾ ਸ਼ੁਰੂ ਹੋ ਜਾਂਦਾ ਹੈ। ਇਲਾਹਾਬਾਦ ਹਾਈ ਕੋਰਟ ਦੀ ਇੱਕ ਜੱਜਮੈਂਟ ਹੈ 18 ਅਗਸਤ 2015 ਦੀ, ਉਹ ਕਹਿੰਦਾ ਜਿੰਨੇ ਸਰਕਾਰੀ ਖਜ਼ਾਨੇ 'ਚੋਂ ਤਨਖਾਹ ਲੈਣ ਵਾਲੇ ਬੰਦੇ ਨੇ, ਉਹ ਕੋਈ ਵੀ ਹੋਵੇ, ਉਹ ਪੋਲੀਟੀਸ਼ੀਅਨ ਹੋਵੇ ਜਾਂ ਬਿਊਰੋਕਰੇਟ ਜਾਂ ਮੁਲਾਜ਼ਮ, ਉਹਦੇ ਬੱਚੇ ਨੇੜਲੇ ਸਕੂਲਾਂ 'ਚ ਪੜ੍ਹਨੇ ਚਾਹੀਦੇ ਨੇ ਸਰਕਾਰੀ 'ਚ। ਜੇ ਉਹ ਨਹੀਂ ਪੜ੍ਹਾਉਂਦਾ ਤਾਂ ਜਿੰਨਾ ਖਰਚ ਉਹ ਆਪਦੇ ਬੱਚੇ 'ਤੇ ਪ੍ਰਾਈਵੇਟ ਸਕੂਲ 'ਚ ਕਰਦਾ, ਉਹਦੇ ਬਰਾਬਰ ਦਾ ਪੈਸਾ ਸਰਕਾਰੀ ਖਜ਼ਾਨੇ ਜਮ੍ਹਾਂ ਕਰਨਾ ਪਊਗਾ ਤਾਂ ਕਿ ਉਹ ਗਰੀਬ ਦਾ ਬੱਚਾ ਵੀ ਪੜ੍ਹ ਸਕੇ। ਜੇ ਆਪਾਂ ਏਜੰਡਿਆਂ ਦੀ ਗੱਲ ਕਰੀਏ, ਬਹੁਤ ਸਾਰੀਆਂ ਕਮਿਊਨਿਸਟ ਪਾਰਟੀਆਂ ਦੇ ਏਜੰਡੇ ਸੋਸ਼ਲਿਸਟ ਜਿਹੜਾ ਸਿਸਟਮ ਸਥਾਪਿਤ ਕਰਨ ਦੀ ਗੱਲ ਕਰਦੇ ਆ, ਫਿਰ ਆਪਣੇ ਏਜੰਡੇ ਉਹਨਾਂ ਨੂੰ ਕੀ ਡਿਫਰੈਂਸ ਕੀ ਰਹਿ ਗਿਆ? ਨਹੀਂ, ਡਿਫਰੈਂਸ ਇਹ ਹੈ ਕਿ ਪਾਪੂਲਰ ਕਮਿਊਨਿਸਟ ਪਾਰਟੀਆਂ ਇਸ ਕੱਦ ਦੀਆਂ ਨਹੀਂ ਬਣ ਪਾਈਆਂ ਸਾਡੇ ਸੂਬੇ ਦੇ ਵਿੱਚ ਕਿ ਉਹ ਲੋਕਾਂ ਦੀ ਵੋਟ ਵੀ ਲੈ ਸਕਣ, ਲੋਕਾਂ ਨੂੰ ਇਹ ਦੱਸਾ ਸਕਣ ਕਿ ਉਹ ਸੱਤਾ ਦੇ ਨੇੜੇ ਜਾ ਰਹੀਆਂ ਨੇ। ਇਹ ਏਜੰਡੇ ਦਾ ਜਿਹੜਾ ਖੇਤੀ ਦੀ ਗੱਲ ਤਾਂ ਨਵਜੋਤ ਸਿੱਧੂ ਨੇ ਵੀ ਕੀਤੀ ਹੈ। ਜੇ ਦੇਖਿਆ ਜਾਵੇ ਉਹਨਾਂ ਨੇ ਵੀ ਕਿਹਾ ਵੀ ਚਾਹੇ ਬਾਰਡਰ ਖੋਲ੍ਹਣ ਦੀ ਹੈ, ਵੀ ਵਪਾਰ ਹੋਏਗਾ ਪਾਕਿਸਤਾਨ ਨਾਲ ਜਾਂ ਹੋਰ ਕੰਟਰੀਜ਼ ਜਿਹੜੇ ਗੁਆਂਢੀ ਹੈਗੇ ਉਹਨਾਂ ਨਾਲ ਹੋਏਗਾ। ਖੇਤੀ ਦੇ ਵਿੱਚ ਸੁਧਾਰਾਂ ਦੀ ਗੱਲ ਵੀ ਉਹਨਾਂ ਨੇ ਕੀਤੀ ਹੈਗੀ। ਉਹ ਏਜੰਡੇ ਹਾਲਾਂਕਿ ਕੱਲ੍ਹ ਕੁਐਸਚਨ ਵੀ ਹੋਇਆ ਸੀ ਇੱਕ, ਅਤੇ ਉਹਦੇ 'ਚ ਅਣਜਾਣਤਾ ਵੀ ਪ੍ਰਗਟਾਈ ਗਈ ਸੀ ਜਿਹੜੇ ਉੱਥੇ ਬੁਲਾਰਿਆਂ ਵੱਲੋਂ। ਨਹੀਂ, ਉਹਦਾ ਮਤਲਬ ਇਹ ਹੈ, ਪਹਿਲੀ ਗੱਲ ਤਾਂ ਇਹ ਕਿ ਜਿਹੜਾ ਬਾਰਡਰ ਖੋਲ੍ਹਣ ਦਾ ਸਵਾਲ ਹੈ, ਇਸ ਗਰੁੱਪ ਦੇ ਵਿੱਚ ਉਹ ਬੰਦੇ ਨੇ ਜਿਹੜੇ 1986 ਤੋਂ ਲੈ ਕੇ ਉੱਥੇ ਬਾਰਡਰ 'ਤੇ ਹਰ 14 ਤਰੀਕ ਨੂੰ ਜਾਂਦੇ ਨੇ। 1986 ਤੋਂ, ਅੱਜ ਦਾ ਇਹ ਏਜੰਡਾ ਨਹੀਂ ਹੈ ਜਦੋਂ ਕੋਈ ਗੱਲ ਨਹੀਂ ਕਰ ਰਿਹਾ ਸੀ। ਦੂਜੀ ਗੱਲ, ਨਵਜੋਤ ਸਿੰਘ ਸਿੱਧੂ ਉਸ ਪਾਰਟੀ ਦਾ ਆਦਮੀ ਹੈ, ਉਸ ਪਾਰਟੀ ਤੋਂ ਕਹਾ ਹੈ ਕਿ ਮੈਂ ਫੈਡਰਲਿਜ਼ਮ ਦੀ ਹਾਮੀ ਹਾਂ, ਉਸ ਪਾਰਟੀ ਤੋਂ ਕਹਾ ਹੈ ਕਿ ਮੇਰਾ ਆਹ ਅਪਰੋਚ ਹੈ, ਮੈਂ ਕਾਰਪੋਰੇਟ ਵਿਕਾਸ ਦੇ ਮਾਡਲ ਦੀ ਹਾਮੀ ਹਾਂ। ਨਹੀਂ ਤਾਂ ਫਿਰ ਉਹ ਬਾਹਰ ਆ ਕੇ ਕਿ ਤੁਸੀਂ ਨਿੱਜੀ ਤੁਹਾਡਾ ਏਜੰਡਾ ਜਿਹੜਾ ਮਰਜ਼ੀ ਹੁੰਦਾ ਤੇ ਤੁਸੀਂ ਇੱਕ ਪਾਰਟੀ 'ਚੋਂ, ਉੱਥੇ ਵਿਚਾਰ ਇਹੀ ਹੋਇਆ ਕਿ ਤੁਸੀਂ ਸੱਤਾਧਾਰੀ ਪਾਰਟੀ 'ਚੋਂ, ਤੁਹਾਨੂੰ ਉਹ ਅਮਲ 'ਚ ਲਿਆਉਣਾ ਚਾਹੀਦਾ। ਕੱਲ੍ਹ ਨੂੰ ਵੀ ਤੁਸੀਂ ਸੱਤਾ 'ਚ ਆਉਣ ਲਈ ਏਜੰਡਾ ਦੇ ਰਹੇ ਹੋ ਨਾ, ਤੇ ਫਿਰ ਅਮਲ 'ਚ ਕਿਵੇਂ ਲਿਆਓਗੇ ਜੇ ਅੱਜ ਨਹੀਂ ਅਮਲ 'ਚ ਕਰ ਸਕਦੇ ਉਹਦੇ 'ਤੇ? ਜੇ ਤੁਹਾਡੀ ਸੁਣਵਾਈ ਅੱਜ ਨਹੀਂ ਹੋ ਰਹੀ, ਤੁਸੀਂ ਕਹਿੰਦੇ ਹੋ ਚੰਨੀ ਸੁਣਵਾਈ ਨਹੀਂ ਕਰ ਰਿਹਾ, ਤੁਸੀਂ ਕਹਿੰਦੇ ਹੋ ਬਾਕੀ ਨਹੀਂ ਕਰ ਰਹੇ, ਇੱਕ ਉਹਦੇ 'ਚ ਕੰਟਰਾਡਿਕਸ਼ਨ ਇਹ ਹੈ ਬਹੁਤ ਵੱਡੀ। ਨਾਲ ਦੀ ਨਾਲ ਉਹ ਏਜੰਡੇ ਦੀ ਗੱਲ ਕਰਦਾ ਦੋ ਚੀਜ਼ਾਂ ਦੀ, ਨਾਲ ਦੀ ਨਾਲ ਉਹ ਕਹਿੰਦਾ ਮੈਂ ਲੋਇਲ ਕਿਹਦੇ ਪ੍ਰਤੀ ਹਾਂ? ਸੋਨੀਆ, ਰਾਹੁਲ ਤੇ ਪ੍ਰਿੰਕਾ, ਨਹਿਰੂ ਖਾਨਦਾਨ ਦੇ ਪ੍ਰਤੀ। ਤੇ ਜੇ ਖਾਨਦਾਨੀ ਦੇ ਪ੍ਰਤੀ ਲੋਇਲ ਹੋ ਤੁਸੀਂ, ਤੇ ਇਹ ਏਜੰਡਾ ਪੰਜਾਬ ਦਾ, ਪੰਜਾਬ ਤਾਂ ਹਮੇਸ਼ਾ ਸੈਂਟਰਲ ਹਾਈ ਕਮਾਂਡ ਦੇ ਖਿਲਾਫ ਰਿਹਾ। ਪੰਜਾਬ ਦੀ ਨੇਚਰ ਜਿਹੜੀ ਹੈ, ਸੁਭਾਅ ਹੈ, ਜਿੰਨਾ ਵੀ ਸਮੇਂ ਚਾਹੇ ਮੋਦੀ ਆਇਆ ਦੇਸ਼ 'ਚ ਜਿੱਤਿਆ, ਪਰ ਪੰਜਾਬ ਤੋਂ ਹੋਰ ਤਰ੍ਹਾਂ ਦੀ ਆਵਾਜ਼ ਆਉਂਦੀ ਹੈ। ਪੰਜਾਬ ਜਿਵੇਂ ਪਹਿਲਾਂ ਪੁਰਾਣੇ ਸਮੇਂ 'ਚ ਕਹਿੰਦੇ ਸੀ ਦਿੱਲੀ ਨਾਲ ਟੱਕਰ ਹੀ ਰਹੀ ਹੈ ਨਾਰਮਲੀ, ਆਹ ਕਿਸਾਨ ਅੰਦੋਲਨ ਹੋਵੇ ਜਿਹੜਾ ਮਰਜ਼ੀ ਹੋਵੇ ਜਾਂ ਬਾਕੀ ਦੀਆਂ ਚੀਜ਼ਾਂ, ਤੁਹਾਨੂੰ ਬੜਾ ਕਲੈਰਿਟੀ ਨਾਲ ਚੱਲਣਾ ਪੈਂਦਾ। ਫਿਰ ਤੁਹਾਨੂੰ ਸੰਸਥਾ ਵੀ ਉਸ ਸੁਭਾਅ ਦੀ ਬਣਾਉਣੀ ਪੈਂਦੀ ਹੈ, ਉਸ ਨੇਚਰ ਦੀ। ਕੱਲਾ ਬੰਦਾ ਵੀ ਖੜ ਕੇ ਇਹ ਗੱਲ ਕਹਿੰਦਾ, ਪਰ ਉਹ ਕੱਲਾ ਫਿਰ ਆਪਣੇ 'ਤੇ ਯਕੀਨ ਤਾਂ ਰੱਖੂਗਾ ਨਾ। ਮੈਂ ਕਹਿ ਰਿਹਾ ਜਿੱਦਣ ਤੁਹਾਡੀ ਘੁੰਡੀ ਮਰੋੜੀ ਉੱਪਰੋਂ, ਫਿਰ ਜਾਂ ਤੁਸੀਂ ਇਕੱਲੇ ਰਹਿ ਜਾਓਗੇ ਤੇ ਜਾਂ ਫਿਰ ਤੁਸੀਂ ਉਹਨੂੰ, ਜਾਂ ਆਪਣੀ, ਤੁਸੀਂ ਇਹ ਕਹੋ ਕਿ ਤੁਹਾਡੀ ਪਾਰਟੀ ਦਾ ਏਜੰਡਾ ਹੈ, ਜਿਹੜੀ ਪਾਰਟੀ ਨੂੰ ਤੁਸੀਂ ਸਾਹਮਣੇ ਰੱਖ ਕੇ ਜਾ ਰਹੇ ਹੋ ਉਹ ਪਾਰਟੀ ਦਾ ਇਹ ਏਜੰਡਾ ਹੈ ਜਿਹੜਾ ਤੁਸੀਂ ਕਹਿ ਰਹੇ ਹੋ। ਜੇ ਉਹ ਨਹੀਂ ਹੈ ਤਾਂ ਤੁਸੀਂ ਸਰਵਾਈਵ ਕਰੋਗੇ ਉਸ ਪਾਰਟੀ 'ਚ, ਜੇ ਨਹੀਂ ਕਰੋਗੇ। ਜੇ ਤੁਹਾਡੇ ਸਰਵਾਈਵਲ ਦਾ ਕੁਐਸਚਨ ਹੈ, ਹਜੇ ਹੋਂਦ ਦਾ ਕੁਐਸਚਨ ਹੈ, ਤਾਂ ਐਡੇ ਕਨਫਿਊਜ਼ਡ ਸਿਸਟਮ ਨੂੰ, ਐਡੇ ਉਲਝਣ ਭਰਪੂਰ ਸਿਸਟਮ ਦੇ ਵਿੱਚ ਗੱਲ ਮੰਨੀ ਨਹੀਂ ਜਾ ਸਕਦੀ ਹੁੰਦੀ ਕਿਸੇ ਵੀ ਰੂਪ ਦੇ ਵਿੱਚ। ਪਹਿਲਾਂ ਤੁਹਾਡੀ ਕਲੈਰਿਟੀ ਆਫ ਥਾਟ ਚਾਹੀਦਾ ਹੁੰਦਾ, ਐਕਸ਼ਨ 'ਚ ਵੀ, ਸੰਗਠਨ 'ਚ ਵੀ, ਇੰਡੀਵਿਜੂਅਲ ਦੇ ਕਿਰਦਾਰ 'ਚ ਵੀ। ਇਹ ਸਾਰੀਆਂ ਚੀਜ਼ਾਂ ਨੂੰ ਜੇਕਰ ਦੇਖ ਕੇ ਤੁਸੀਂ ਉਸ ਲੈਵਲ 'ਤੇ ਕਰੋਗੇ ਤਾਂ ਚੀਜ਼ਾਂ ਆਉਂਦੀਆਂ ਨੇ ਉਸ ਪੱਧਰ ਦੇ ਉੱਤੇ। ਇਸ ਕਰਕੇ ਇੱਕ ਕਮਿਟਮੈਂਟ ਹੁੰਦੀ ਹੈ। ਇਹ ਏਜੰਡੇ ਤਿਆਰ ਆਏ ਨਹੀਂ, ਜਿਹੜੀਆਂ ਵੀ ਏਜੰਡੇ ਆਏ ਨਾ ਕਿਸੇ ਤੋਂ ਲੈ ਲਿਆ ਜਾਂ ਕੁਛ ਕਰ ਲਿਆ, ਇਹਦੇ 'ਚ ਡਿਫਰੈਂਟ ਮਾਹਰਾਂ ਨੇ ਮੱਥਾ ਪੱਚੀ ਕੀਤੀ ਹੈ ਵੱਖ-ਵੱਖ ਮੁੱਦਿਆਂ 'ਤੇ, ਇਕੱਲੇ ਇੱਕ ਮੁੱਦੇ ਦਾ ਨਹੀਂ। ਪੰਜਾਬ ਦਾ ਸਵਾਲ ਇਕੱਲੇ ਇੱਕ ਮੁੱਦੇ ਨਾਲ ਨਹੀਂ ਸੁਲਝਣਾ। ਇਹ ਮਲਟੀਪਲ ਆਰਗਨ ਫੇਲਰ ਜਿਵੇਂ ਹੁੰਦਾ ਨਾ, ਬਿਮਾਰੀ ਕਹਿੰਦੇ ਨੇ ਇੱਕ ਲੱਗ ਗਈ, ਦੂਜੀ ਲੱਗ ਗਈ, ਤੀਜੀ ਲੱਗ ਗਈ, ਵੀ ਹੁਣ ਤਾਂ ਇਲਾਜ ਹੀ ਨਹੀਂ, ਇੱਕ ਦਾ ਇਲਾਜ ਕਰਦੇ ਦੂਜੀ ਖੜੀ ਹੋ ਜਾਂਦੀ ਹੈ, ਦੂਜੀ। ਪੰਜਾਬ ਉੱਥੇ ਪਹੁੰਚਿਆ ਹੋਇਆ। ਇਹਦੇ ਲਈ ਸਮੁੱਚਤਾ 'ਚ ਇੱਕ ਏਜੰਡਾ ਚਾਹੀਦਾ।
ਹੈ। ਇਹ ਗੱਲ ਵੀ ਠੀਕ ਹੈ ਕਿ ਜੇ ਓਵਰਆਲ ਬਾਰਡਰ ਖੋਲ੍ਹਣ ਦਾ ਜਿਹੜਾ ਸੈਟਅਪ ਨਹੀਂ ਚੱਲਦਾ, ਸਾਡੇ ਇੰਪਲਾਇਮੈਂਟ ਔਰ ਖੇਤੀ ਦਾ ਬਹੁਤ ਜ਼ਰੂਰੀ ਚੀਜ਼ ਹੈ ਇਸ ਮਾਮਲੇ ਦੇ ਵਿੱਚ। ਫੈਡਰਲਿਜ਼ਮ ਵੀ ਉਹਦੇ ਨਾਲ ਜੁੜਿਆ ਹੋਇਆ, ਜਿਹੜੇ ਦੂਜੇ ਅਧਿਕਾਰ ਨੇ ਉਹ ਵੀ ਉਹਦੇ ਨਾਲ ਜੁੜੇ ਹੋਏ ਨੇ, ਜਿਹੜੇ ਐਜੂਕੇਸ਼ਨ ਤੇ ਹੈਲਥ ਦਾ ਮਾਮਲਾ ਉਹ ਵੀ ਉਹਦੇ ਨਾਲ ਜੁੜਿਆ ਹੋਇਆ, ਇੱਕ ਪੈਕੇਜ ਦੇ ਰੂਪ ਦੇ ਵਿੱਚ ਹੈ। ਪੈਕੇਜ ਤੋਂ ਬਿਨਾਂ ਤੁਸੀਂ ਕੰਮ ਨਹੀਂ ਉਸ ਰੂਪ ਤੇ ਕਰ ਸਕਦੇ। ਮੰਨ ਲਓ ਜਿਹੜਾ ਤੁਸੀਂ ਵੱਖ-ਵੱਖ ਟਾਈਪ ਦੇ ਜਿਹੜੇ ਏਜੰਡੇ ਦੀਆਂ ਹੋਰ ਗੱਲਾਂ ਨੇ ਕਿਹੜੀਆਂ ਜਿਹੜੀਆਂ, ਇਹ ਤਾਂ ਇੱਕ ਪੋਲੀਟੀਕਲ ਡਿਮਾਂਡ ਦੇ ਏਜੰਡੇ ਨੇ ਨਾ। ਕੁਛ ਸਾਡੇ ਕੋਲ ਮਾਫੀਆ ਦਾ ਕੁਐਸਚਨ ਹੈ ਕਿ ਤੁਸੀਂ ਮਾਫੀਆ ਤੋੜਾਂਗੇ ਜੀ, ਕਿਵੇਂ ਤੋੜੋਗੇ, ਉੱਪਰ ਤਾਕਤ ਰੱਖ ਕੇ ਤੋੜੋਗੇ ਜਾਂ ਹੇਠਾਂ ਤਾਕਤ, ਜਿੰਨਾ ਚਿਰ ਲੋਕ ਜਵਾਬ ਦੇ ਨੇ। ਜਿਹੜਾ ਖੇਤੀ ਸਾਡਾ ਇਲੈਕਟੋਰਲ ਮਾਡਲ ਹੈ ਚੋਣਾਂ ਦਾ, ਉਹ ਚੋਣ ਦੀ ਮਤਲਬ ਗੇਮ ਇਹੋ ਜਿਹੀ ਬਣ ਗਈ ਹੈ, ਉਹ 'ਚ ਆਮ ਸਧਾਰਨ ਬੰਦਾ ਜਾਂ ਘੱਟ ਪੈਸਿਆਂ ਵਾਲਾ ਬੰਦਾ ਜਾਂ ਛੋਟੀ ਪਾਰਟੀ, ਜਿਵੇਂ ਤੁਸੀਂ ਕਾਮਰੇਡ ਕਿਹਾ, ਉਹ ਤਾਂ ਰੋਲੇ ਜਾਂਦੇ ਨੇ ਇਸ ਮੇਲੇ 'ਚ। ਚੱਕੀ ਰੋਣੇ ਨੂੰ ਪੁੱਛਦਾ ਹੀ ਨਹੀਂ ਕੋਈ, ਕਿਉਂਕਿ ਜਿਹੜਾ ਪ੍ਰਚਾਰ ਹੋਣਾ ਜਦੋਂ ਅਜੇ ਕਾਗਜ਼ ਭਰੇ ਜਾਣਗੇ, ਹੁਣ ਵੀ ਤੁਸੀਂ ਦੇਖ ਲਓ ਕਿੰਨਾ ਕੁ ਮੀਡੀਆ ਜਾਂ ਪ੍ਰਿੰਟ ਜਾਂ ਇਲੈਕਟ੍ਰੋਨਿਕ ਉਹ ਖੱਬੇ ਪੱਖੀਆਂ ਦੀ ਥਾਂ ਮਿਲ ਦਿੰਦਾ। ਜਦੋਂ ਆਏਗਾ ਉਦੋਂ ਤਾਂ ਫਿਰ ਬਹੁਤ ਪੈਸਾ ਚੱਲਣਾ, ਥਾਂ ਖਰੀਦੇ ਜਾਂਦੇ ਨੇ, ਸਲੋਟ ਖਰੀਦੇ ਜਾਂਦੇ ਨੇ, ਆਮ ਬੰਦੇ ਤਾਂ ਏਜੰਡਾ ਹੀ ਨਹੀਂ ਜਾਂਦਾ ਲੋਕਾਂ ਤੱਕ ਵਿਚਾਰੇ ਕੌਣ ਕੀ ਕਹਿੰਦੇ ਨੇ ਕੀ ਨਹੀਂ। ਇਸ ਤਰ੍ਹਾਂ ਜਿਹੜਾ ਚੋਣ ਦਾ ਮਾਮਲਾ ਹੁਣ ਇਹ ਬਣਾਤਾ ਹੈ, ਤੁਸੀਂ ਦੇਖੋ ਕਾਨੂੰਨੀ ਤੌਰ 'ਤੇ ਇਹ ਕਰਤਾ ਕਿ 40 ਲੱਖ ਰੁਪਏ ਤੱਕ ਇੱਕ MLA ਦਾ ਉਮੀਦਵਾਰ ਤੇ 70 ਲੱਖ ਰੁਪਏ ਤੱਕ ਇੱਕ ਜਿਹੜਾ ਪਾਰਲੀਮੈਂਟ ਦਾ ਉਮੀਦਵਾਰ ਖਰਚ ਕਰ ਸਕਦਾ ਵਿਅਕਤੀਗਤ ਤੌਰ 'ਤੇ। ਜਿਹੜੇ ਦੇਸ਼ 'ਚ 80% ਲੋਕਾਂ ਦੀ ਹਾਲਤ ਹੋਵੇ ਕਿ ਉਹ ਰੋਜੀ ਰੋਟੀ ਲਈ ਵੀ ਮਤਲਬ ਖੈਰਾਤ ਦੀ ਗੱਲ ਕਰਦੇ ਹੋਣ, ਇਹਦਾ ਮਤਲਬ ਤੁਸੀਂ ਕਹਿੰਦੇ ਕਾਨੂੰਨ ਦੀ ਨਜ਼ਰ ਸਾਰੇ ਬਰਾਬਰ ਨੇ, ਸਾਰਿਆਂ ਨੂੰ ਹੱਕ ਹੈ ਜੀ ਚੋਣ ਲੜ ਲਓ। ਉਹ ਕਿਵੇਂ ਸੁਪਨਾ ਲਊਗਾ, ਕਿੱਦਾਂ ਲੜ ਸਕਦਾ ਜਾਂ ਤੁਸੀਂ ਇਹ ਗੱਲ ਕਰੋਗੇ। ਫਿਰ ਤੁਸੀਂ 1 ਕੁਆਂਟਲ ਦੇ ਨਾਲ 5 ਕਿਲੋ ਦਾ ਬੰਦਾ ਖੜਾ ਦਿਓ ਵੀ ਤੂੰ ਰੈਸਲਿੰਗ ਕਰ ਜੀ, ਉਹ ਕਿਵੇਂ ਕਰੂਗਾ ਉਹਦੇ ਨਾਲ? ਜੇ ਚੋਣ ਮੈਦਾਨ 'ਚ ਖੜਾ ਵੀ ਉਹ ਹੋ ਜੇ, ਉਹਨੂੰ ਪੁੱਛੂਗਾ ਕੌਣ? ਇਸ ਲਈ ਖੇਡ ਦੇ ਨਿਯਮ ਬਦਲਣ ਦਾ ਸਵਾਲ ਹੈ। ਇਸੇ ਦੇ ਲਈ ਇਹ ਜਿਹੜਾ ਏਜੰਡਾ ਆਇਆ, ਇਹਦੇ ਵਿੱਚ ਇੱਕ ਗੱਲ ਇਹ ਹੈ ਕਿ ਜਿਹੜੇ ਕਾਨੂੰਨੀ ਦਸਤਾਵੇਜ਼ ਬਣਨਾ ਚਾਹੀਦਾ, ਚੋਣ ਮਨੋਰਥ ਪੱਤਰ, ਚੁਣੇ ਨੁਮਾਇੰਦਿਆਂ ਨੂੰ ਵਾਪਸ ਬੁਲਾਉਣ ਦਾ ਹੱਕ ਹੋਣਾ ਚਾਹੀਦਾ, ਇਲੈਕਸ਼ਨ ਸਟੇਟ ਫੰਡਿੰਗ ਰਾਹੀਂ ਹੋਵੇ, ਪ੍ਰਾਈਵੇਟ ਖਰਚ ਬਿਲਕੁਲ ਬੰਦ ਕਰਨਾ ਚਾਹੀਦਾ, ਤਾਂ ਕਿ ਹਰ ਇੰਟੈਲੈਕਚੁਅਲ ਜਾਂ ਜਿਹੜਾ ਵੀ ਬੰਦਾ ਲੜਨਾ ਚਾਹੇ ਲੜ ਲੇ ਆਪਣੀ ਗੱਲ ਲਿਜਾਣ ਲਈ। ਉਹਦੇ 'ਚ ਕੀ ਫਰਕ ਪੈਂਦਾ? ਲੋਕ ਕਹਿੰਦੇ ਨੇ ਪੈਸੇ ਕਿੱਥੋਂ ਆਉਣਗੇ। ਇੱਕ ਇਲੈਕਟੋਰਲ ਫੰਡ ਬਣਨਾ ਚਾਹੀਦਾ। ਹੁਣ ਵੀ ਸਾਰਾ ਖਰਚਾ ਸਰਕਾਰ ਕਰਦੀ ਹੈ, ਟੋਟਲ ਵੋਟਰ ਕਾਰਡ ਬਣਾਉਣ ਤੋਂ ਲੈ ਕੇ ਵੋਟਾਂ ਪਵਾਉਣ ਤੋਂ ਲੈ ਕੇ ਮਸ਼ੀਨਾਂ ਦਾ ਪ੍ਰਬੰਧ, ਟੋਟਲ ਪ੍ਰਬੰਧ ਸਰਕਾਰ ਕਰਦੀ ਹੈ। ਇੱਕੋ ਹੀ ਚੀਜ਼ ਹੈ ਜਿਹੜੀ ਸਰਕਾਰ ਤੋਂ ਬਾਹਰ ਹੈ, ਉਹ ਆਪੋ ਆਪਣਾ ਪਾਰਟੀਆਂ ਦਾ ਪ੍ਰਚਾਰ 'ਚ ਵੀ ਸਰਕਾਰੀ TV ਤੇ ਸਰਕਾਰ ਪਾਰਟੀਆਂ ਨੂੰ ਜਗ੍ਹਾ ਦਿੰਦੀ ਹੈ ਵੀ ਤੁਸੀਂ ਆਪਣੀ ਮੈਨੀਫੈਸਟੋ ਬੋਲ ਲਓ, ਟਾਈਮ ਦਿੰਦੀ ਹੈ। ਅਤੇ ਹੁਣ ਤਾਂ ਵੈਸੇ ਹੀ ਸੋਸ਼ਲ ਮੀਡੀਆ ਅਤੇ ਦੂਜਾ ਮੀਡੀਆ ਬਹੁਤ ਹੈ, ਜਿਹੜਾ ਬਾਕੀ ਹੋਏਗਾ ਉਹਦੇ 'ਤੇ ਆਪਣੀ ਅੱਖ ਗੱਲ ਕਰ ਲਏ। ਅਤੇ ਨਾਲ ਦੀ ਨਾਲ ਇੱਕ ਇਹ ਹੈ ਕਿ ਜੇ ਫਿਰ ਵੀ ਚਲੋ ਸਾਡੇ ਅਜੇ ਬਹੁਤ ਸੈਕਸ਼ਨ ਹੈ ਜਿਹੜਾ ਨਹੀਂ ਮੀਡੀਆ ਨਾਲ ਜੁੜਿਆ, ਜੇ 10 ਬੰਦੇ ਖੜੇ ਨੇ ਉਹਨਾਂ ਲਈ ਮਿੰਨੀ ਬੱਸ ਕਰਾਓ 10 ਕੈਂਡੀਡੇਟਾਂ ਲਈ, ਟੂਰ ਪ੍ਰੋਗਰਾਮ ਐਲਾਨ ਦਿਓ ਸਾਰੇ ਹਲਕੇ ਦਾ, ਫਲਾਣੇ ਪਿੰਡ 'ਚ ਭਾਈ ਆ ਤੁਹਾਡੇ ਕੈਂਡੀਡੇਟ ਆਉਣਗੇ, ਉਹ 10-10 ਮਿੰਟ ਬਣਾਉਣ, ਲੋਕ ਨਾਲੇ ਸਵਾਲ ਪੁੱਛ ਲੈਣਗੇ, ਡੈਮੋਕ੍ਰੇਸੀ ਹੋਏਗੀ ਉਸ ਲੈਵਲ 'ਤੇ। ਤੂੰ ਆਪਣੀ ਗੱਲ ਕਹਿ ਦੇ ਲੋਕਾਂ ਨੂੰ, ਆਪਣੀ ਰਾਏ ਹੀ ਲਿਜਾਣੀ ਹੈ ਕਿ ਮੈਂ ਇਹ ਕਹਿਣਾ ਚਾਹੁੰਦਾ, ਮੇਰੀ ਪਾਰਟੀ ਇਹ ਕਹਿਣਾ ਚਾਹੁੰਦੀ ਹੈ, ਪਾਰਟੀ ਦਾ ਮੈਨੀਫੈਸਟੋ ਛਪਵਾ ਦਿੱਤਾ ਜਾਏ, ਉਹ ਲੋਕਾਂ ਨੂੰ ਵੰਡ ਦੇ, ਜ਼ੁਬਾਨੀ ਬੰਦਿਆਂ ਨੂੰ ਕਹਿ ਦਿੱਤਾ ਜਾਏ ਤੂੰ ਆਪਣੀ ਗੱਲ ਕਹਿ ਲੈ। ਅਤੇ ਉਹਦੇ 'ਚ ਘੱਟੋ ਘੱਟ ਸ਼ਰਾਬ, ਭੁੱਕੀ, ਵੋਟਾਂ ਨਾਲ ਖਰੀਦ, ਇਹ ਸਾਰਾ ਕੁਝ ਜੇ ਬੰਦ ਹੋਏਗਾ ਤਾਂ ਇਹ ਸਿਸਟਮ ਮਾੜਾ ਮੋਟਾ ਠੀਕ ਹੋਣਾ, ਨਹੀਂ ਤਾਂ ਕਿੱਥੇ ਹੋਣਾ। ਜੇ ਐਸੇ ਪ੍ਰਕਿਰਿਆ ਦੇ ਵਿੱਚ ਗੰਦੀ ਪ੍ਰਕਿਰਿਆ ਦੇ ਰਾਹੀਂ ਚੋਣ ਲੜ ਕੇ ਤੁਸੀਂ ਸਿਸਟਮ ਸੁਧਾਰਨ ਦੀ ਗੱਲ ਕਰਦੇ ਹੋ ਤਾਂ ਕਿਵੇਂ ਹੈ? ਘੱਟੋ ਘੱਟ ਇੱਥੇ ਬੋਲਿਆ ਤਾਂ ਜਾਵੇ ਕਿ ਗੱਲ ਗਲਤ ਹੈ। ਸਾਰੀਆਂ ਪਾਰਟੀਆਂ 'ਚੋਂ ਜਿਹੜੀਆਂ ਵੀ ਲੜਨਗੀਆਂ ਉਹ ਇਹ ਸਹੁੰ ਖਾ ਕੇ ਜਾਣ ਕਿ ਅਸੀਂ ਇਸ ਚੋਣ 'ਚ ਜਾਵਾਂਗੇ, ਅਸੀਂ ਨਸ਼ਾ ਨਹੀਂ ਵੰਡਾਂਗੇ, ਜੇ ਨਸ਼ਾ ਵੰਡਿਆ ਸਾਡੀ ਚੋਣ ਕੈਂਸਲ ਕਰ ਦਿੱਤੀ ਜਾਵੇ, ਅਸੀਂ ਵੋਟਾਂ ਨਹੀਂ ਖਰੀਦਾਂਗੇ, ਸਾਡੀ ਚੋਣ ਕੈਂਸਲ ਕਰ ਦਿੱਤੀ ਜਾਵੇ। ਜੀ ਸੌਹਾਂ ਤਾਂ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਵੀ ਲੋਕਾਂ ਨੇ ਖਾਧੀਆਂ ਨੇ ਜੇ ਦੇਖਿਆ ਜਾਵੇ। ਅਤੇ ਕੀ ਇਹ ਏਜੰਡੇ ਜਿਹੜੇ ਆਪਾਂ ਰੱਖ ਰਹੇ ਹਾਂ, ਕੀ ਰਾਜਨੀਤਿਕ ਪਾਰਟੀਆਂ ਵਚਨਬੱਧ ਹੋਣਗੀਆਂ? ਕਿਉਂਕਿ ਵੋਟਾਂ ਤੋਂ ਪਹਿਲਾਂ ਤਾਂ ਕਹਿ ਦੇਣਗੀਆਂ ਵੀ ਹਾਂ ਵਚਨਬੱਧ ਆ, ਬਾਅਦ ਵਿੱਚ ਜੇ ਨਹੀਂ ਹੁੰਦੀਆਂ ਤਾਂ ਤੁਹਾਡਾ ਕੀ ਪ੍ਰਤੀਕਿਰਿਆ ਹੋਊਗੀ, ਕੀ ਕਰੋਗੇ ਤੁਸੀਂ? ਨਹੀਂ, ਇਹਦੇ 'ਚ ਇਹ ਹੁੰਦਾ ਕਿ ਐ ਨਹੀਂ ਵਚਨਬੱਧ, ਜਦ ਲੋਕ ਸਵਾਲ ਪੁੱਛਦੇ ਨੇ ਵਚਨਬੱਧਤਾ ਦਾ ਕੀ ਹੁੰਦਾ ਨੇ, ਜਦ ਲੋਕ ਜਾਗਰੂਕ ਹੁੰਦੇ ਨੇ। ਏਜੰਡੇ ਤੇ ਪਹਿਲਾ ਕੰਮ ਹੈ ਲੋਕ ਜਾਗਰੂਕ ਹੋਣ, ਔਰ ਉਹ ਜਾਗਰੂਕਤਾ ਦਾ ਤੇ ਵਾਅਦੇ ਦਾ ਮੈਂ ਤੁਹਾਨੂੰ ਫਰਕ ਗਿਣਾਉਣਾ ਕਿ ਪਹਿਲਾਂ ਜਿਹੜੀਆਂ ਮੁੱਕਰ ਗਈਆਂ ਸੀ ਜਿਹੜੀਆਂ, ਅਤੇ ਜਦੋਂ ਦਾ ਕਿਸਾਨ ਅੰਦੋਲਨ ਤੁਹਾਡੇ ਸਾਹਮਣੇ ਆਇਆ ਹੈ ਉਦੋਂ ਵੋਟਰ 'ਚ ਵਿਪ ਜਾਰੀ ਕਰਤੀ ਕਿਸਾਨ ਅੰਦੋਲਨ ਨੇ। ਕੱਲਾ ਵਿਰੋਧੀ ਧਿਰ ਦਾ ਮੈਂਬਰ ਤਖ਼ਤੀਆਂ ਲਈ ਖੜਾ ਸੀ ਕਿ ਨਹੀਂ ਖੜਾ ਸੀ? ਮੁੱਕਰ ਜਾਂਦਾ, ਉਹ ਕਹਿੰਦਾ ਮੈਂ ਨਹੀਂ ਮੰਨਦਾ, ਮੈਂ ਤੁਹਾਡੇ ਨਾਲ ਜ਼ਿਆਦਾ ਕਰਦਾ। ਅਤੇ ਜਦੋਂ ਉਹਨਾਂ ਨੇ ਇਹ ਕਿਹਾ ਕਿ ਅਸੀਂ ਮੁਤਵਾਜੀ ਸੰਸਦ ਲਾ ਲਈ ਪੈਰਲਲ, 200 ਬੰਦਾ ਹੀ ਬੈਠਾ ਹੈ, ਕੋਈ ਬਾਹਲਾ ਵੱਡਾ ਨਹੀਂ ਹੈ, ਔਰ ਕੱਲੇ ਬੰਦੇ ਨੇ ਆ ਕੇ ਕਿਹਾ ਸਾਨੂੰ ਦਰਸ਼ਕ ਗੈਲਰੀ 'ਚ ਬਿਠਾ ਲਓ। ਅਤੇ ਅੱਜ ਹੁਣ ਹਾਰ ਲੈ ਕੇ ਨਹੀਂ ਖੜਾ ਹੁੰਦਾ ਪਿੰਡ 'ਚ ਉਹਦੇ ਬੰਦਾ,
ਉਹ ਸਵਾਲ ਲੈ ਕੇ ਖੜਾ ਹੁੰਦਾ ਹੈ। ਲੀਡਰ ਝਿਜਕਦੇ ਨੇ, ਜਾਂਦੇ ਇੱਧਰ ਉੱਧਰ ਆਪਣੇ ਰਸਤੇ ਬਦਲ ਰਹੇ ਨੇ। ਇਹ ਫਰਕ ਹੈ। ਜਦੋਂ ਲੋਕ ਗੈਰ ਜਾਗਰੂਕ ਨੇ, ਲੋਕ ਆਪਣੇ ਹੱਕ ਨੂੰ ਪਛਾਣਦੇ ਨਹੀਂ, ਉਦੋਂ ਲੀਡਰ ਐਵੇਂ ਹੀ ਕਰਨਗੇ, ਮੁੱਕਰ ਜਾਣਗੇ। ਫਿਰ ਚਾਹੇ ਜ਼ਬਾਨੀ ਵੀ ਵਾਅਦਾ ਕਰੇ, ਜਦੋਂ ਲੋਕਾਂ ਨੂੰ ਪਤਾ ਨਾ ਤੂੰ ਮੇਰੇ ਨਾਲ ਵਾਅਦਾ ਕਰਕੇ ਮੁੱਕਰ ਰਿਹਾ, ਉਹ ਖੜੇ ਹੋਣਗੇ ਅਗਲੇ ਦਿਨ ਉਹਦੇ 'ਚ। ਨਾਲ ਦੀ ਨਾਲ ਅਸੀਂ ਇੱਕ ਉਹਦੇ 'ਚ ਇਹ ਦਿੱਤਾ ਹੋਇਆ ਕਿ ਹਲਫੀਆ ਬਿਆਨ ਦੇਊਗਾ ਲੀਡਰ ਤੇ ਉਹਦੀ ਪਾਰਟੀ। ਹਲਫੀਆ ਬਿਆਨ ਸਾਡੇ ਦੇਸ਼ 'ਚ ਕਾਨੂੰਨੀ ਦਸਤਾਵੇਜ਼ ਹੈ। ਜਿੰਨਾ ਚਿਰ ਇਹ ਗੱਲਾਂ ਕਾਨੂੰਨ ਦੀ ਸ਼ਕਲ ਨਹੀਂ ਲੈਂਦੀਆਂ, ਉਹਨਾਂ ਚਿਰ ਤੁਸੀਂ ਹਲਫੀਆ ਬਿਆਨ ਦਿਓਗੇ ਤਾਂ ਘੱਟੋ ਘੱਟ ਅਦਾਲਤ 'ਚ ਤੁਹਾਨੂੰ ਘੜੀਸਿਆ ਤਾਂ ਜਾ ਸਕੇ। ਉਦੋਂ ਇੱਕ ਸਟੈਪ ਤਾਂ ਅੱਗੇ ਚੱਲੋ। ਹਲਫੀਆ ਬਿਆਨ ਦੇ ਆਧਾਰ ਤੇ ਅਦਾਲਤ 'ਚ ਘੜੀਸੋਗੇ ਜਿਹੜੇ ਲੋਕ ਮੁਕਰਨਗੇ? ਨਹੀਂ, ਬਿਲਕੁਲ ਲੋਕ ਹੀ ਘੜੀਸਣਗੇ। ਇਹ ਤਾਂ ਲੋਕਾਂ ਦਾ ਏਜੰਡਾ ਹੈ, ਲੋਕਾਂ ਨੂੰ ਦੇਣਗੇ ਉਹ ਹਲਫੀਆ ਬਿਆਨ। ਨਹੀਂ, ਅਗਵਾਈ ਤਾਂ ਕਿਸੇ ਆਰਗੇਨਾਈਜੇਸ਼ਨ, ਜਿਵੇਂ ਤੁਸੀਂ ਸੰਸਥਾ ਬਣਾਈ ਹੈ, ਉਹ ਤਾਂ ਹੈ ਹੀ ਹੈ। ਤੇ ਉਸੇ ਗੱਲ ਤੇ ਕਿ ਜੇਕਰ ਉਹ ਫਿਰ ਵੀ ਇਹਨਾਂ ਗੱਲਾਂ ਤੇ ਨਹੀਂ ਆਉਂਦੇ ਤਾਂ ਇਹ ਇਕੱਲਾ ਚੋਣਾਂ ਤੱਕ ਦੇ ਏਜੰਡੇ ਦਾ ਗੱਲ ਨਹੀਂ ਹੈ। ਡੈਮੋਕ੍ਰੇਸੀ ਨਾ ਆਏ ਨਿਤ ਦਿਨ ਦੀ ਆਵਾਜ਼ ਭਾਲਦੀ ਹੈ। ਉਹ ਐ ਨਹੀਂ 5 ਸਾਲਾਂ ਬਾਅਦ ਇੱਕ ਵਾਰ ਵੋਟ ਪੈ ਦਿੱਤੀ ਫਿਰ ਸੌਂ ਜਾਓ। ਸਾਡੇ ਪ੍ਰੋਬਲਮ ਕੀ ਹੈ, ਸਾਡੇ ਸੂਬੇ ਜਾਂ ਸਾਡੇ ਦੇਸ਼ 'ਚ ਅਸਲ 'ਚ ਸਿਵਲ ਸੁਸਾਇਟੀ ਡਿਵੈਲਪ ਹੀ ਨਹੀਂ ਹੋਈ, ਵਿਕਸਿਤ ਨਹੀਂ ਹੋਈ ਜਿਵੇਂ ਬਾਕੀ ਵੱਡੇ ਬਾਹਰਲੇ ਦੇਸ਼ਾਂ ਦੇ ਵਿੱਚ ਹੈ। ਅਤੇ ਸਾਡੇ ਇੱਕ ਵਾਰ ਵੋਟ ਪਾਤਾ ਸੀ, ਪਾਰਟੀਆਂ ਦੀ ਛੱਡਤਾ, ਜਾਂ ਯੂਨੀਅਨਾਂ ਲੜਦੀਆਂ ਨੇ ਜਾਂ ਮਾੜਾ ਮੋਟਾ ਕੋਈ ਹੋਰ ਪਾਰਟੀ ਜਿਹੜੇ ਵੱਖਰੇ ਵਿਚਾਰਾਂ ਦੀਆਂ ਨੇ। ਜਿਹੜਾ ਸਿਵਲ ਸੁਸਾਇਟੀ ਦਾ ਰੋਲ ਹੈ, ਸਿਵਲ ਸੁਸਾਇਟੀ 'ਚ ਕੌਣ ਆਉਂਦੇ ਨੇ? ਸਾਰੇ ਇੰਟਲੈਕਚੁਅਲ ਬੰਦੇ, ਚਾਹੇ ਉਹ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਨੇ, ਚਾਹੇ ਉਹ ਟੀਚਰ ਨੇ, ਚਾਹੇ ਉਹ ਬਾਕੀ ਦੇ ਲੋਕ ਨੇ ਜਿਹੜੇ ਪੜ੍ਹਿਆ ਲਿਖਿਆ ਸੈਕਸ਼ਨ ਉਹਦੇ 'ਚ ਆਉਂਦਾ। ਜਦੋਂ ਉਹ ਇਕੱਠੀ ਹੋ ਕੇ ਖੜੀ ਹੋਏਗੀ ਲੋਕਾਂ ਤੇ ਉਹਨਾਂ ਦੇ ਦਰਮਿਆਨ, ਕਿਉਂਕਿ ਲੋਕਾਂ ਨੂੰ ਵੀ ਪੜ੍ਹਿਆ ਲਿਖਿਆ ਬੰਦਾ ਜ਼ਿਆਦਾ ਜਾਣਕਾਰੀ ਦੇ ਦਿੰਦਾ। ਸਾਰੇ ਲੋਕਾਂ ਦੀ ਜ਼ਿੰਮੇਵਾਰੀ ਵੀ ਹੈ ਕਿ ਜਿਹੜਾ ਪੜ੍ਹ ਲਿਖ ਕੇ ਪਿੰਡ 'ਚੋਂ ਆ ਗਿਆ ਉਹ ਪਿੰਡ ਨਾਲ ਰਾਬਤਾ ਵੀ ਰੱਖੇ। ਆਪਣਾ ਇਕੱਲਾ ਉਹਨੂੰ ਸੀੜੀ ਨਾ ਸਮਝੇ ਕਿ ਮੈਂ ਸੀੜੀ ਕਰ ਲਈ ਅਤੇ ਹੁਣ ਆਪਾਂ ਉੱਪਰ ਚੜ੍ਹ ਗਏ, ਆਪਾਂ ਪਿੱਛੇ ਕੀ ਲੈਣਾ। ਇਹ ਰਾਬਤਾ ਸਿਵਲ ਸੁਸਾਇਟੀ ਦਾ ਵੀ ਬਣਾਉਣਾ ਪਏਗਾ ਲੋਕਾਂ ਨਾਲ ਤੇ ਪੋਲੀਟੀਸ਼ੀਅਨ ਨਾਲ। ਜਦੋਂ ਇਹੋ ਜਿਹੀਆਂ ਸੰਸਥਾਵਾਂ ਬਣਨਗੀਆਂ, ਇਹ ਲਗਾਤਾਰ ਆਵਾਜ਼ ਉਠਾਉਣਗੀਆਂ, ਲੋਕ ਜਾਗਰੂਕ ਹੋਣਗੇ ਤਾਂ ਪੋਲੀਟੀਸ਼ੀਅਨ ਜਵਾਬਦੇਹ ਬਣਨਾ। ਉਹਦੇ ਤੋਂ ਬਿਨਾਂ ਨਹੀਂ। ਲਿਖ ਕੇ ਕੁਝ ਵੀ ਦੇ ਦਿਓ, ਜਿੱਡੇ ਮਰਜ਼ੀ ਲਿਖ ਕੇ, ਉਹ ਉਹਨਾਂ ਦੇ ਮੈਨੀਫੈਸਟੋਆਂ ਦੇ ਆਪਣੇ ਦਫ਼ਤਰ ਭਰੇ ਪਏ ਹੁੰਦੇ ਨੇ, ਉਹ ਤੇ ਗਰਦ ਪੈ ਜਾਂਦੀ ਹੈ। 5 ਸਾਲ ਤੱਕ ਦਿੰਦੇ ਵੀ ਨਹੀਂ ਕਿਸੇ ਨੂੰ। ਬਹੁਤੀਆਂ ਪਾਰਟੀਆਂ ਦਾ ਆਪਦਾ ਮੈਨੀਫੈਸਟੋ 3 ਦਿਨ ਪਹਿਲਾਂ ਐਲਾਨਦੀਆਂ ਨੇ, ਜਦੋਂ ਉਦੋਂ ਪਹਿਲਾਂ ਇਲੈਕਸ਼ਨ ਨੇੜੇ ਲੰਘ ਜਾਂਦੀ ਹੈ। ਇਸ ਲਈ ਉਹਦੇ ਨਾਲ ਨਹੀਂ, ਜੇ ਸਿਸਟਮ ਬਦਲਣਾ, ਤਰੀਕਾ ਬਦਲਣਾ, ਤਾਂ ਤਰੀਕਾ ਬਦਲਣ ਦੇ ਲਈ ਸਮਾਜ ਨੂੰ ਵੀ ਬਦਲਣਾ ਪਊਗਾ, ਸੰਸਥਾਵਾਂ ਨੂੰ ਵੀ ਬਦਲਣਾ ਪਊਗਾ ਅਤੇ ਆਪਣੀ ਗੱਲ 'ਤੇ ਖੜ੍ਹੇ ਰਹਿਣਾ ਪਊਗਾ ਲਗਾਤਾਰ ਡੇ ਟੂ ਡੇ ਮਾਮਲਿਆਂ ਦੇ ਵਿੱਚ ਵੀ। ਮੀਰ ਜੀ, ਜਿਹੜੇ ਅਮਨਤੋਜ ਮਾਨ ਜੀ ਆ ਜਾਂ ਬੱਬੂ ਮਾਨ ਆ, ਗੁਲਪਨਾਗ ਆ, ਜੋ ਸ਼ਖਸੀਅਤਾਂ ਇਸ ਸੰਸਥਾ ਦੇ ਨਾਲ ਜੁੜੀਆਂ ਨੇ, ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਦੇ ਕੋਈ ਰਾਜਨੀਤਿਕ ਮਕਸਦ ਉਹਨਾਂ ਦੇ ਨਹੀਂ ਹੋਣਗੇ ਵੋਟਾਂ ਦੇ ਵਿੱਚ ਖੜ੍ਹਨ ਦੇ, ਜਾਂ ਕੋਈ ਕੁਰਸੀ ਪ੍ਰਾਪਤ ਕਰਨ ਦੇ ਮਕਸਦ ਨਹੀਂ ਹੋਣਗੇ, ਲੱਗਦਾ ਹੈ? ਨਹੀਂ, ਅੱਜ ਲੱਗਦਾ ਤਾਂ ਇਹੀ ਹੈ ਕਿ ਅਜੇ ਤੱਕ ਤਾਂ ਇਹ ਹੈ ਕਿ ਇਹਦੀ ਸਹਿਮਤੀ ਇਹ ਹੈ ਸਾਰੇ ਗਰੁੱਪ ਦੀ ਕਿ ਆਹ ਇੱਕ ਏਜੰਡਾ ਹੈ ਜਿਹੜਾ ਇਹਨੇ ਪ੍ਰਪੇਅਰ ਕੀਤਾ ਕਿ ਇਸ ਏਜੰਡੇ 'ਤੇ ਜਾ ਕੇ ਗੱਲ ਕਰਨੀ ਹੈ। ਕੋਈ ਵੀ ਬੰਦਾ ਇਹਦੇ 'ਚੋਂ ਥਿੜਕ ਕੇ ਕਿਤੇ ਜਾਊਗਾ ਤਾਂ ਉਹ ਇਹਦਾ ਮੈਂਬਰ ਨਹੀਂ ਰਹੂਗਾ। ਇਹ ਕਲੀਅਰ ਕੱਟ ਹੈ ਸਭ ਦੇ ਲਈ ਕਿ ਜੇ ਕੋਈ ਇੱਧਰ ਉੱਧਰ ਜਾਣਾ ਚਾਹੇ, ਉਹ ਤਾਂ ਹੁਣ ਵੀ ਨਹੀਂ, ਜੇ ਇਹਦੇ 'ਚ ਆਉਣ ਤੋਂ ਪਹਿਲਾਂ ਕਿਸੇ ਪਾਰਟੀ ਚਲੇ ਜਾਂਦੇ। ਬਹੁਤ ਸਾਰਾ ਸੈਕਸ਼ਨ ਦੇਖਿਆ ਗਿਆ, ਕਿਸਾਨ ਮੋਰਚੇ 'ਚ ਵੀ ਬਹੁਤ ਸਾਰੇ ਕਲਾਕਾਰ ਆਏ। ਪਹਿਲਾਂ ਵੀ ਇੱਕ ਗੱਲ ਆਈ ਵੀ ਕਲਾਕਾਰਾਂ ਤੇ ਕਿਸਾਨਾਂ ਦੀ ਸਾਂਝੀ ਕਮੇਟੀ ਅਗਵਾਈ ਕਰੇਗੀ। ਹਾਲਾਂਕਿ ਇਹਨਾਂ ਦਾ ਫੀਲਡ ਅਲੱਗ ਹੈ, ਕਲਾਕਾਰਾਂ ਦਾ ਫੀਲਡ ਅਲੱਗ ਆ। ਅਤੇ ਚੱਲਦੇ ਮੋਰਚੇ ਦੇ ਵਿੱਚ ਵੀ ਇਹਨਾਂ ਨੇ ਕਿਸਾਨ ਮੋਰਚੇ ਨੂੰ ਇਹ ਕੋਸ਼ਿਸ਼ ਕੀਤੀ ਵੀ ਤੁਸੀਂ ਇੱਦਾਂ ਨਹੀਂ, ਇੱਦਾਂ ਕਰੋ, ਜਿੱਦਾਂ ਅਸੀਂ ਚਾਹੁੰਦੇ ਹਾਂ ਉੱਦਾਂ ਕਰੋ। ਕਿ ਅੱਜ ਇਹਨਾਂ ਦੇ ਜੋ ਵਿਚਾਰ ਨੇ ਜਾਂ ਇੱਕ ਕਲਾਕਾਰ ਭਾਈਚਾਰਾ, ਉਹਨਾਂ ਨੂੰ ਇੰਨੀ ਅਹਿਮੀਅਤ ਦੇਣੀ ਠੀਕ ਹੈ? ਨਹੀਂ, ਮੈਨੂੰ ਨਹੀਂ ਲੱਗਦਾ ਕਿ ਕੋਈ ਹੋਮੋਜੀਨੀਅਸ ਚੀਜ਼ ਹੁੰਦੀ ਹੈ, ਸਾਰੇ ਕਲਾਕਾਰ ਇੱਕੋ ਜਿਹੇ ਹੁੰਦੇ ਨੇ, ਇਹ ਵੀ ਨਹੀਂ ਹੈ। ਉਹ ਕਲਾਕਾਰਾਂ ਦੀ ਵੀ ਪਛਾਣ ਤੁਸੀਂ ਕਰ ਸਕਦੇ ਹੋ ਜੇ ਮੋਰਚੇ ਦੇ ਵਿੱਚ ਵੀ ਕਿਹੜਿਆਂ ਦਾ ਕੀ ਰੋਲ ਸੀ, ਕਿਹੜਿਆਂ ਦਾ ਕੀ ਰੋਲ ਸੀ। ਸਭ ਨੂੰ ਇੱਕੋ ਰੱਸੇ ਨਹੀਂ ਕੀਤਾ ਜਾ ਸਕਦਾ, ਹਰ ਇੱਕ ਦਾ ਆਪੋ ਆਪਣਾ ਇੱਕ ਦਾਇਰਾ ਹੁੰਦਾ। ਸਾਰੇ ਪੱਤਰਕਾਰ ਇੱਕੋ ਜਿਹੇ ਨਹੀਂ ਹੋ ਸਕਦੇ, ਸਾਰਿਆਂ ਨੂੰ ਇੱਕੋ ਰੱਸੇ ਬੰਨੋਗੇ ਤਾਂ ਵੀ ਗੱਲ ਕਰ ਸਕਦਾ। ਸਾਰੇ ਮਤਲਬ ਕਿਸੇ ਵੀ ਫੀਲਡ ਦੇ ਜਿਹੜੇ ਬੰਦੇ ਨੇ ਉਹ ਅਲੱਗ-ਅਲੱਗ ਨੇਚਰ ਦੇ ਨੇ। ਪਰ ਜਿਹੜੀ ਮੈਂ ਕਹਿੰਦਾ ਸਾਡੇ ਸਿਵਲ ਸੁਸਾਇਟੀ, ਤੁਸੀਂ ਦੁਨੀਆ ਦੇ ਮੰਚ 'ਤੇ ਜਾਓ, ਜਿਹੜੇ ਵੀ ਮੰਚ 'ਤੇ ਜਿਹੜੇ ਦੇਸ਼ 'ਚ ਜਿਹੜੇ ਵੱਡੀ ਤੋਂ ਵੱਡੀ ਗੱਲ ਹੈ ਉਹ 'ਚ ਕਲਾਕਾਰ ਵੀ ਆਉਂਦਾ, ਹਾਲੀਵੁੱਡ ਦੇ ਬੰਦੇ ਵੀ ਆਉਂਦੇ ਨੇ। ਤੁਹਾਡੇ ਯਾਦ ਹੋਏਗਾ ਕਿ ਹਾਲੀਵੁੱਡ ਦੀ ਐਕਟਰੈਸ ਨੇ ਪ੍ਰੈਜ਼ੀਡੈਂਟ ਟਰੰਪ ਤੋਂ ਇਨਾਮ ਲੈਣ ਤੋਂ ਮਨਾ ਕਰਤਾ ਸੀ ਸਟੇਜ 'ਤੇ ਜਾ ਕੇ ਕਿ ਨਹੀਂ, ਇੰਨਾ ਲੋਕਾਂ 'ਤੇ ਇਹ ਕਰਕੇ ਤੇ ਉਹ ਇੰਨਾ ਚੱਲਿਆ। ਐਸੇ ਸਾਡੇ ਕਿਸਾਨ ਅੰਦੋਲਨ ਦੇ ਵਿੱਚ ਹੀ ਕਈ ਵਾਰ ਆਮਦਨ ਰਿਹਾਨਾ ਜਿਹੜੀ ਕੁੜੀ ਪੌਪ ਗਾਇਕ ਹੈ ਉੱਥੋਂ ਦੀ, ਉਹਨੇ ਇੱਕ ਟਵੀਟ ਹੀ ਕੀਤਾ ਸੀ, ਦੁਨੀਆ ਭਰ ਦੇ ਵਿੱਚ ਤਰਤੱਲੀ ਵੀ ਆਹ ਹੋ ਗਿਆ, ਲੋਕ ਕਰਨ ਲੱਗ ਗਏ। ਇਸ ਲਈ ਉਹਦੇ ਪ੍ਰਭਾਵ ਦਾ ਫਾਇਦਾ ਸੁਸਾਇਟੀ ਨੂੰ ਹੋਵੇ ਜੇ ਉਹ ਪੋਜ਼ੀਟਿਵ ਹੁੰਦਾ ਤਾਂ ਇਹ ਲੈਣਾ ਚਾਹੀਦਾ। ਔਰ ਸੁਸਾਇਟੀ ਦੇ ਵਿੱਚ ਸਿਆਸਤ ਕਿਸੇ ਇੱਕ ਖੇਤਰ ਦੀ ਜਗੀਰ ਨਹੀਂ ਹੈ, ਹਰ ਖੇਤਰਾਂ 'ਚੋਂ ਬੰਦੇ ਆਉਣੇ ਚਾਹੀਦੇ ਨੇ, ਬਸ਼ਰਤੇ
ਕਿ ਉਹ ਓਨੈਸਟਲੀ ਕਮਿਟਮੈਂਟ ਆਪਣੇ ਕਿਸੇ ਏਜੰਡੇ ਦੇ ਥਰੂ ਆਉਣ, ਐਵੇਂ ਮਲਾਈ ਛਕਣ ਨਾ ਆਉਣ ਕਿ ਮੈਂ ਵੱਡਾ ਪਲੇਅਰ ਆ, ਮੈਂ ਮੈਨੂੰ ਹੁਣ ਟਿਕਟ ਦਿੱਤੀ, ਮੈਂ ਹੁਣ ਤੁਹਾਡੇ 'ਚ ਆ ਗਿਆ, ਸੰਨੀ ਦਿਓਲ ਆ ਗਿਆ ਜੀ 4 ਦਿਨ ਪਹਿਲਾਂ ਤੇ ਮੁੜ ਕੇ ਤੁਸੀਂ ਮੈਨੂੰ ਉਹਨੂੰ ਵੋਟ ਪਾ ਦਿਓ, ਜਾਂ ਕੋਈ ਵੀ ਇਹੋ ਜਿਹਾ ਵੀ ਮੂਸੇ ਵਾਲਾ ਆ ਗਿਆ ਤੇ ਉਹਨੂੰ ਦੇ ਕੇ ਟਿਕਟ ਦੇ ਦਿਓ। ਪਰ ਉਹ ਸੁਸਾਇਟੀ ਲਈ ਕੋਈ ਪ੍ਰਤੀਬੱਧ ਕੰਮ ਕਰਦਾ ਨਜ਼ਰ ਆਉਂਦਾ ਹੋਵੇ, ਕਿਸੇ ਏਜੰਡੇ ਤੇ ਖੜਾ ਹੋਵੇ। ਜੇ ਉਹ ਏਜੰਡੇ ਤੇ ਖੜਾ ਹੈ, ਉਹਦੇ 'ਚੋਂ ਕੱਲ੍ਹ ਨੂੰ ਕੋਈ ਇਲੈਕਸ਼ਨ ਲੜਨ ਜਾਂਦਾ ਹੈ ਤਾਂ ਉਹ ਜਾਵੇ, ਫਿਰ ਵੀ ਇਸ ਗਰੁੱਪ ਦਾ ਮੈਂਬਰ ਨਹੀਂ ਰਹੂਗਾ ਉਹਦੇ ਬਾਵਜੂਦ ਵੀ। ਪਰ ਪਹਿਲੀ ਗੱਲ ਤਾਂ ਇਹੀ ਹੈ ਕਿ ਮੈਨੂੰ ਇਹ ਲੱਗਦਾ ਕਿ ਬੱਬੂ ਮਾਨ ਹੋਣੀ ਜੇ ਉਹ ਜਿਹੜੇ ਬੰਦੇ ਨੇ, ਇਹਨਾਂ ਦਾ ਅੰਦੋਲਨ 'ਚ ਵੀ ਹੋਰ ਤਰ੍ਹਾਂ ਦਾ ਵਿਊ ਪੁਆਇੰਟ ਰਿਹਾ। ਲਾਸਟ ਤੱਕ ਜਾਂਦੇ ਤੁਸੀਂ ਦੇਖੇ ਹੋਣਗੇ, ਉਵੇਂ ਬੈਠੇ ਜਥੇਬੰਦੀਆਂ ਨਾਲ ਵੀ ਹੋਰ ਤਰ੍ਹਾਂ ਦਾ ਰਿਹਾ, ਅਤੇ ਉਹ ਕਿਰਦਾਰ 1 ਸਾਲ 'ਚ ਵੀ ਦਿਖਾਈ ਦੇਗਾ। ਇਹਨੇ ਗੀਤ ਕੋਈ ਨਹੀਂ ਗਾਇਆ, ਮੈਨੂੰ ਨਹੀਂ ਲੱਗਦਾ ਉੱਥੇ ਕੋਈ ਗੀਤ ਗਾਇਆ ਜਾ ਕੇ ਕਦੇ, ਔਰ ਇਹ ਕਹਿੰਦਾ ਰਿਹਾ ਮੈਂ ਇਸ ਅੰਦੋਲਨ 'ਚ ਗੀਤ ਗਾਉਣ ਨਹੀਂ ਆਇਆ ਅਤੇ ਮੈਂ ਸ਼ਾਮਲ ਹੋਣ ਆਇਆ ਜਿਸ ਵੀ ਮਾਮਲੇ 'ਚ। ਪਰ ਫਿਰ ਵੀ ਗੀਤ ਵੀ ਜਿਨ੍ਹਾਂ ਨੇ ਗਾਏ, ਸਮਾਜਿਕ ਅੰਦੋਲਨ ਬਹੁਤ ਕੁਛ ਬਦਲਦਾ, ਉਹਨੇ ਕਲਾਕਾਰਾਂ ਨੂੰ ਵੀ ਬਦਲਿਆ। ਨਹੀਂ ਤਾਂ ਉਹ ਜਿਹੜੇ ਸਾਰੇ ਲੱਚਰ ਗੀਤ ਗਾਉਂਦੇ ਸੀ, ਅੱਜ ਕੱਲ੍ਹ ਕਿਸਾਨੀ ਗੀਤ ਗਾਉਂਦੇ ਨੇ ਨਾ, ਔਰ ਉਹੀ ਗੀਤ ਚੱਲਦੇ ਨੇ। ਬੰਦੇ ਦਾ ਇਹ ਨਹੀਂ ਪਤਾ ਹੁੰਦਾ, ਜੇ ਉਹ ਬਦਲਦਾ ਤਾਂ ਉਹਨੂੰ ਬਦਲਣ ਦਾ ਮੌਕਾ ਮਿਲਣਾ ਚਾਹੀਦਾ, ਕੋਈ ਵੀ ਬੰਦਾ ਹੋਵੇ ਕਿਸੇ ਵੀ ਮਾਮਲੇ 'ਚ। ਅਸੀਂ ਕਹੀਏ ਤੂੰ ਤਾਂ ਉਦੋਂ ਐਂ ਕਰਤਾ ਸੀ, ਤੂੰ ਤਾਂ ਉਦੋਂ ਐਂ ਕਰਤਾ ਸੀ। ਜੇ ਠੱਗ ਜਿਹੜਾ ਹੈ ਗੁਰੂ ਨਾਨਕ ਸਾਹਿਬ ਦੇ ਨਾਲ ਮਿਲ ਕੇ ਸੱਜਣ ਹੋ ਜਾਂਦਾ ਹੈ, ਤਾਂ ਸੱਜਣ ਉਸ ਤੋਂ ਬਾਅਦ ਇੰਨੀਆਂ ਚੀਜ਼ਾਂ ਉਹ ਕਰਦਾ। ਜੇ ਇੱਕ ਬਰਾਗੀ ਬੈਠੇ ਨੂੰ ਗੁਰੂ ਗੋਬਿੰਦ ਸਿੰਘ ਜਾ ਕੇ ਥਾਪੜਾ ਦਿੰਦੇ ਨੇ, ਉਹਨੂੰ ਸਮਝਾਉਂਦੇ ਨੇ ਕਿ ਭਾਈ ਸਾਹਿਬ ਜ਼ਿੰਦਗੀ ਲੜਾਈ 'ਚ ਹੈ, ਉੱਥੇ ਜਾ, ਇੱਥੇ ਬੈਠਾ ਕੀ ਕਰਦਾ, ਪੂਜਾ ਕਰਦਾ, ਤਾਂ ਚੀਜ਼ਾਂ ਬਦਲਦੀਆਂ ਨੇ। ਉਹਨਾਂ ਬੰਦਿਆਂ 'ਚ ਸਮਰੱਥਾ ਹੁੰਦੀ ਹੈ ਨਾ, ਤਾਂ ਹੀ। ਨਹੀਂ ਤਾਂ ਇੱਥੇ ਵੀ ਤਾਂ ਗੁਰੂ ਸਾਹਿਬ ਨੂੰ ਕੋਈ ਬੰਦਾ ਮਿਲ ਸਕਦਾ ਸੀ, ਉਹਨਾਂ ਨੂੰ ਲੱਗਿਆ ਹੋਵੇ ਵੀ ਇਹ ਕਾਬਲ ਬੰਦਾ ਯਾਰ, ਇਹ ਜ਼ਿਆਦਾ ਉਹ ਹੈ। ਇਸ ਕਰਕੇ ਮੈਨੂੰ ਲੱਗਦਾ ਉਹ ਸੰਕੀਰਣਤਾ ਨਹੀਂ ਹੋਣੀ ਚਾਹੀਦੀ ਕਿ ਕੋਈ ਬੰਦਾ ਕਿੱਥੋਂ ਆਇਆ, ਕੀ ਉਹ ਬਦਲਿਆ ਮਨੁੱਖ ਹੈ। ਬਦਲਿਆ ਰਹਿ ਜੇ ਤਾਂ ਲੋਕ ਉਹਨੂੰ ਸਹਿਯੋਗ ਕਰ ਦੇਣ, ਨਹੀਂ ਰਹੇ ਤਾਂ ਉਹੀ ਸਿਤਰੋਵੇਂ ਮਾਰਨਗੇ ਜਿਵੇਂ ਵੈਸੇ ਲੋਕਾਂ ਨੂੰ ਮਾਰਨੇ ਚਾਹੀਦੇ ਨੇ। ਅੱਛਾ ਹਮੀਰ ਜੀ, ਜੇ ਮੰਨ ਲਓ ਇਹਨਾਂ ਮੁੱਦਿਆਂ ਦੇ ਉੱਤੇ ਆਪਾਂ ਕਾਨੂੰਨੀ ਚਾਰਾਜੋਈ ਵੀ ਕਰਦੇ ਹਾਂ, ਤੁਸੀਂ ਦੱਸਿਆ ਵੀ ਅਸੀਂ ਹਲਫੀਆ ਬਿਆਨ ਲਵਾਂਗੇ ਉਹਨਾਂ ਤੋਂ, ਹੈ ਨਾ, ਜੇ ਇੱਦਾਂ ਕਰਦੇ ਹਾਂ ਤਾਂ ਫਿਰ ਵੀ ਕੋਈ ਪਾਰਟੀ ਇਹਨਾਂ ਏਜੰਡਿਆਂ ਦੇ ਉੱਤੇ ਨਹੀਂ ਖੜ੍ਹਦੀ, ਕਿ ਕੋਈ ਜਨਤਕ ਅੰਦੋਲਨ ਕਰਨ ਦੀ ਵੀ ਤਿਆਰੀ ਕਰੋਗੇ? ਜੇ ਜਨਤਕ ਅੰਦੋਲਨ ਕਰਨਾ ਪੈਂਦਾ ਇਹਨਾਂ ਏਜੰਡਿਆਂ ਨੂੰ ਲੈ ਕੇ, ਕਿ ਜਿਹੜੇ ਕਲਾਕਾਰ ਨੇ ਜਾਂ ਤੁਸੀਂ ਆ ਆਪਣੇ ਕੰਮਕਾਰ ਛੱਡ ਕੇ ਉਸ ਅੰਦੋਲਨ ਦੀ ਅਗਵਾਈ ਕਰਨ ਲਈ ਤਿਆਰ ਹੋ? ਮੈਨੂੰ ਲੱਗਦਾ ਅਗਵਾਈ ਕਰਨ ਲਈ ਬਹੁਤ ਸੰਸਥਾਵਾਂ ਨੇ ਸਮਾਜ 'ਚ ਵੈਸੇ ਵੀ। ਜੇ ਆ ਕਿਸਾਨ ਅੰਦੋਲਨ ਆਇਆ, ਇਹਦੇ 'ਚ ਰੋਲ ਹੈ ਸਭ ਦਾ, ਇਹ 'ਚ ਪੱਤਰਕਾਰੀ ਦਾ ਵੀ ਰੋਲ ਹੈ, ਇਹਦੇ 'ਚ ਗਾਇਕਾਂ ਦਾ ਵੀ ਰੋਲ ਹੈ, ਇਹਦੇ ਸਭ ਦਾ ਰੋਲ ਹੈ, ਪਰ ਉਹ ਸਹਾਇਕ ਰੋਲ ਹੈ। ਉਹਦੇ ਲਈ ਫੀਲਡ ਦੇ ਵਿੱਚ ਬਹੁਤ ਬੰਦੇ ਨੇ ਜਿਹੜੇ ਜੀ ਜਾਨ ਲਾ ਕੇ ਹੋਲ ਟਾਈਮਿੰਗ ਕੰਮ ਕਰ ਰਹੇ ਨੇ, ਪਰ ਉਹਨਾਂ ਨੂੰ ਸਪੋਰਟ ਉਦੋਂ ਮਿਲਣੀ ਹੈ ਜਦੋਂ ਸਾਰਾ ਸਿਵਲ ਸੁਸਾਇਟੀ ਨਾਲ ਮੁੱਦੇ ਉਭਾਰੇਗੀ ਅਤੇ ਅੰਦੋਲਨ ਹੋਣਗੇ। ਐਡਾ ਸੰਕਟ ਐ ਨਹੀਂ ਚੱਲ ਸਕਦਾ ਕਿ ਲੋਕ ਬਿਨਾਂ ਅੰਦੋਲਨ ਤੋਂ ਰਹਿਣ। ਆਹ ਅੰਦੋਲਨ ਵੀ ਉਹਦੀ ਪੈਦਾਵਾਰ ਹੈ, ਕੇਵਲ 3 ਖੇਤੀ ਕਾਨੂੰਨਾਂ ਦਾ ਅੰਦੋਲਨ ਨਹੀਂ ਸੀ। ਇਹ ਲੋਕਾਂ ਦੇ ਜਿਹੜੇ ਇਦੋਂ ਪੁਰਾਣੇ ਵੀ ਦੱਬੇ ਹੋਏ ਸਰੋਕਾਰ ਨੇ, ਬੜੀਆਂ ਚੀਜ਼ਾਂ ਨੇ ਜਿਹੜੀਆਂ ਹਰ ਕਿਤੇ ਹੀ ਹੈ। ਇਹਨਾਂ ਨੂੰ ਬਹੁਤ ਵੱਡੇ ਦਰਦ ਨੇ। ਜਿਹੜਾ ਵਿਦੇਸ਼ 'ਚ ਬੈਠਾ ਉਹ ਤਾਂ ਆਪਣੀ ਦਿਹਾੜੀ ਕਰਦਾ, ਚੰਗੀ ਰੋਟੀ ਖਾਂਦਾ, ਉਹਨਾਂ ਨੇ ਇੰਨੇ ਪੈਸੇ ਕਿਉਂ ਭੇਜੇ, ਉਹਨਾਂ ਨੇ ਅੰਬੈਸੀਆਂ ਕਿਉਂ ਘੇਰੀਆਂ? ਕਿਉਂਕਿ ਉਹਦੇ ਅੰਦਰ ਵੀ ਪੀੜ ਹੈ ਕਿ ਜੇ ਮੈਨੂੰ ਆਪਣੀ ਧਰਤੀ ਛੱਡ ਕੇ ਜਾਣਾ ਪਿਆ ਤਾਂ ਇਹਨਾਂ ਦੀ ਨਲਾਇਕੀ ਕਰਕੇ ਜਾਣਾ ਪਿਆ। ਅਤੇ ਜੇ ਉੱਥੇ ਮੇਰੇ ਲਾਇਕ ਇੱਥੇ ਮਾਹੌਲ ਹੁੰਦਾ, ਔਰ ਇਹ ਦੁਨੀਆ ਦੀ ਖੂਬਸੂਰਤ ਧਰਤੀ ਹੈ, ਇਹ ਖਿੱਤਾ ਹਿਮਾਲੀਅਨ ਰੀਜਨ ਜਿਹੜਾ ਦੁਨੀਆ ਦੀ ਖੂਬਸੂਰਤ ਧਰਤੀ ਹੈ। ਔਰ ਤੁਹਾਨੂੰ ਯਾਦ ਹੋਣਾ ਕਿ ਜੇਕਰ ਲਿਟਰੇਚਰ ਆਪਾਂ ਪੜ੍ਹੀਏ, ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਯੂਰਪ ਦੇ ਫਰਾਂਸ ਫਰੂਂਸ ਦੇ ਆ ਕੇ ਇੱਥੇ ਨੌਕਰੀ ਕਰਦੇ ਰਹੇ ਨੇ ਸਾਰੇ ਬੰਦੇ ਉਸ ਵਜੇ ਤੱਕ। ਇਹਦਾ ਮਤਲਬ ਇਹ ਤਾਂ ਨਹੀਂ ਹੈ ਕਿ ਸਾਡੇ ਇਲਾਕੇ 'ਚ ਕੋਈ ਪ੍ਰੋਬਲਮ ਹੈ ਜਾਂ ਸਾਡੇ ਆਲੇ ਦੁਆਲੇ ਕੋਈ ਪ੍ਰੋਬਲਮ ਹੈ। ਕੈਨੇਡਾ 6 ਮਹੀਨੇ ਬਰਫ਼ 'ਚ ਜੰਮਿਆ ਰਹਿੰਦਾ, ਜਿੱਥੇ ਜਾ ਕੇ ਅਸੀਂ ਉਹ ਕਰਦੇ ਹਾਂ। ਫਿਰ ਕੀ ਕਾਰਨ ਕੀ ਹੈ? ਕਾਰਨ ਇਹ ਹੈ ਕਿ ਸਾਡੇ ਕੋਲ ਕੋਈ ਪਾਲਿਸੀ ਮੇਕਰ, ਸਾਡੇ ਕੋਲ ਕੋਈ ਕਲਾਸ ਦੇ ਤੌਰ 'ਤੇ ਬੰਦੇ ਜਿਹੜਿਆਂ ਨੇ ਅਗਵਾਈ ਕਰਨੀ ਸੀ, ਉਹਦੇ 'ਚ ਗੜਬੜਾਂ ਰਹੀਆਂ ਨੇ ਬਹੁਤ ਵੱਡੇ ਪੱਧਰ 'ਤੇ। ਉਹਨੂੰ ਦਰੁਸਤ ਕੀਤੇ ਬਿਨਾਂ ਕੰਮ ਚੱਲਣਾ ਨਹੀਂ। ਇਸ ਲਈ ਕੋਈ ਆਪਸ਼ਨ ਹੀ ਨਹੀਂ ਹੈ ਹੋਰ ਕਿ ਕੋਈ ਅੰਦੋਲਨ ਨਾ ਹੋਵੇ ਜਾਂ ਕੋਈ ਅਲਟਰਨੇਟਿਵ ਨਾ ਹੋਵੇ। ਜਿਵੇਂ ਕਹਿੰਦੇ ਨੇ ਕਿ ਜਦੋਂ ਬੰਦਾ ਕੰਧ ਨਾਲ ਲੱਗ ਜਾਂਦਾ ਨਾ, ਉਦੋਂ ਲੜਨ ਤੋਂ ਸਿਵਾਏ ਉਹਦੇ ਕੋਲ ਕੋਈ ਚਾਰਾ ਨਹੀਂ ਹੈ। ਹੋਰ ਇਸੇ ਕਰਕੇ ਪੰਜਾਬ ਦੇ ਵਿੱਚ ਬੜੇ ਲੰਮੇ ਸਮੇਂ ਬਾਅਦ ਇੱਕ ਜਿੱਤ ਨਸੀਬ ਹੋਈ ਹੈ। ਇਹ ਜਿੱਤ ਨੇ ਨਿਰਾਸ਼ਾ ਨੂੰ ਆਸਾ 'ਚ ਬਦਲਿਆ, ਲੋਕਾਂ 'ਚ ਉਮੀਦ ਪੈਦਾ ਹੋਈ ਹੈ, ਇੱਕ ਹੌਸਲਾ ਪੈਦਾ ਹੋਇਆ ਕਿ ਅਸੀਂ ਲੜ ਸਕਦੇ ਹਾਂ ਅਤੇ ਅਸੀਂ ਜਿੱਤ ਵੀ ਸਕਦੇ ਹਾਂ। ਇਹਨੂੰ ਅਜਾਈ ਨਹੀਂ ਜਾਣ ਦੇਣਾ ਚਾਹੀਦਾ। ਇਹ ਜਿਹੜਾ ਟੈਂਪਰਾਮੈਂਟ ਪੰਜਾਬੀ ਬੰਦੇ ਦਾ ਬਣਿਆ, ਸਾਰੇ ਲੋਕਾਂ ਨੂੰ ਇੱਕ ਪੋਜ਼ੀਟਿਵ ਮਾਈਂਡ ਨੂੰ ਸਿਆਸੀ ਤਬਦੀਲੀ ਦੇ ਵਿੱਚ ਵੀ ਭੁਗਤਾਉਣਾ ਚਾਹੀਦਾ। ਅਮੀਰ ਜੀ, ਮੈਂ ਇੱਕ ਪਹਿਲਾਂ ਵੀ ਕੁਐਸਚਨ ਤੁਹਾਨੂੰ ਕੀਤਾ ਸੀ, ਉੱਥੋਂ ਮੈਂ ਥੋੜ੍ਹੀ ਜਿਹੀ ਉਹਦੇ 'ਤੇ ਹੋਰ ਤੁਹਾਡੀ ਰਾਏ ਲੈਣਾ ਚਾਹੂੰਗਾ ਕਿ ਕਮਿਊਨਿਸਟ ਪਾਰਟੀਆਂ ਬੜੇ ਚਿਰ ਤੋਂ, ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਨੇ। ਕਿਸਾਨ ਅੰਦੋਲਨ ਦੇ ਵਿੱਚ ਵੀ ਕਾਫੀ ਜਿਹੜੇ ਆਗੂ ਨੇ BJP ਦੇ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਕਮਿਊਨਿਸਟ ਹੀ ਆ ਜਿਹੜੇ ਇਹ ਡੈਡਲੋਕ ਨੂੰ ਟੁੱਟਣ ਨਹੀਂ ਦਿੰਦੇ ਹੈਗੇ, ਉਹੀ ਇਹ ਮਸਲੇ ਨੂੰ ਹੱਲ ਨਹੀਂ ਹੋਣ ਦਿੰਦੇ ਹੈਗੇ। ਅੱਜ ਜਿਹੜੇ ਏਜੰਡੇ ਤੁਸੀਂ ਰੱਖ ਰਹੇ ਆ, ਬਹੁਤੇ ਏਜੰਡੇ ਕਮਿਊਨਿਸਟ ਪਾਰਟੀਆਂ ਦੇ ਚੋਣ ਮੈਨੀਫੈਸਟੋ ਕਵਰ ਕਰਦੇ ਆ,
ਕੀ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਉਹਨਾਂ ਤੋਂ ਕੋਈ ਆਸ ਕਰਨੀ ਚਾਹੀਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਜਾਂ ਉਹਨਾਂ ਨੂੰ ਲੋਕ ਸਹੀ ਤਰੀਕੇ ਨਾਲ ਸੁਣ ਕਿਉਂ ਨਹੀਂ ਰਹੇ, ਉਹਨਾਂ ਨੂੰ ਦੇ ਵਿੱਚ ਵਿਸ਼ਵਾਸ ਕਿਉਂ ਨਹੀਂ ਬਣ ਰਿਹਾ? ਇੱਕ ਨਾ ਹਕੀਕਤ ਨਾਲੋਂ ਵੀ ਪਰਸੈਪਸ਼ਨ ਜ਼ਿਆਦਾ ਤਾਕਤਵਰ ਹੁੰਦੀ ਹੈ, ਇੱਕ ਨਜ਼ਰ ਬਣ ਜਾਂਦੀ ਹੈ ਲੋਕਾਂ ਦੀ। ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਨਜ਼ਰ ਬਣੀ ਹੋਈ ਹੈ ਘੱਟੋ ਘੱਟ ਪੰਜਾਬ 'ਚ ਤਾਂ ਵੀ ਸ਼ਾਇਦ ਕਾਮਰੇਡ ਧਰਮ ਦੇ ਵਿਰੋਧੀ ਨੇ, ਕਾਮਰੇਡ ਪੰਜਾਬੀਅਤ ਦੇ ਨਾਲ ਨਹੀਂ ਖੜੇ ਹੁੰਦੇ, ਕਲਚਰ ਦੇ ਨਾਲ। ਐਤਕੀ ਇਸ ਅੰਦੋਲਨ 'ਚ ਕਾਫੀ ਫਰਕ ਪਿਆ, ਕਿਸੇ ਨੂੰ ਮਤਲਬ ਕਾਮਨ ਇਹ ਅੰਦੋਲਨ ਨੇ ਬਦਲਿਆ ਸਾਰੇ ਧਾਰਮਿਕ ਜਿਹੜੇ ਨਾਅਰੇ ਹੁੰਦੇ ਆ, ਬੋਲੇ ਸੋ ਨਿਹਾਲ, ਉਹ ਉਦੋਂ ਆਏ। ਹਾਲਾਂਕਿ ਉਹ ਮੈਨੂੰ ਲੱਗਦਾ ਬਹੁਤੇ ਨਾਅਰੇ ਨਾ ਕਿਸੇ ਖਿੱਤੇ 'ਚ ਧਾਰਮਿਕ ਨਹੀਂ ਉਹ ਰਹਿੰਦੇ, ਫਿਰ ਉਹ ਇੱਕ ਰਵਾਇਤ, ਇੱਕ ਵਿਰਸਾ ਬਣ ਜਾਂਦੇ ਨੇ, ਮਤਲਬ ਸੱਭਿਆਚਾਰ ਦਾ ਹਿੱਸਾ ਬਣ ਜਾਂਦੇ ਨੇ। ਤੇ ਜਿਹੜੀ ਅਸਲ 'ਚ ਲੋਕਾਂ ਨੇ ਕੀਤੇ ਵੀ ਪੰਜਾਬੀ ਨੂੰ ਸਿੱਖਾਂ ਨਾਲ ਜੋੜਤਾ, ਹਿੰਦੀ ਨੂੰ ਹਿੰਦੂਆਂ ਨਾਲ, ਉਰਦੂ ਨੂੰ ਮੁਸਲਮਾਨਾਂ ਨਾਲ, ਅਸੀਂ ਭਾਸ਼ਾਵਾਂ ਵੀ ਮਾਰ ਰਹੇ ਹਾਂ ਇਸ ਤਰੀਕੇ ਦੇ ਨਾਲ। ਤੇ ਇਹਦਾ ਮਤਲਬ ਅਸੀਂ ਪੰਜਾਬੀ ਨੂੰ ਸਿੱਖਾਂ ਨਾਲ ਜੋੜਤਾ, ਫਿਰੋਜ਼ਦੀਨ ਸਰਫ ਹੋਣੀ ਤੇ ਸਾਰੇ ਬੰਦੇ ਅਸੀਂ ਕੱਢ ਕੇ ਪਰਾਂ ਮਾਰੇ ਜਿਹੜੇ ਪੰਜਾਬੀਅਤ ਦੇ ਲਈ ਇਸ ਲੈਵਲ ਦੀਆਂ ਚੀਜ਼ਾਂ ਲਿਖਦੇ ਸੀ। ਇੱਕ ਤਾਂ ਉਹ ਸੈਕਟੇਰੀਅਨ ਨਾਰਾ ਹੋਰ ਤਰ੍ਹਾਂ ਦਾ ਕਰਨ ਦਾ ਸਵਾਲ ਹੈ। ਦੂਜੀ ਗੱਲ ਇਹ ਹੁੰਦੀ ਹੈ ਕਿ ਜਦੋਂ ਗੁਰੂ ਨਾਨਕ ਦੀ ਫਿਲਾਸਫੀ ਇੱਕ ਖਿੱਤੇ 'ਚ ਨਾ ਇੱਕ ਫਿਲਾਸਫੀ ਬਹੁਤ ਵੱਡੇ ਪੱਧਰ 'ਤੇ ਤੁਹਾਡੇ ਨੇੜੇ ਹੋਵੇ ਔਰ ਉਦੋਂ ਬੈਟਰ ਦਿਖਾਈ ਦਿੰਦੀ ਹੋਵੇ, ਉਹਦੇ ਨਾਲ ਟਕਰਾਅ 'ਚ ਨਹੀਂ ਤੁਸੀਂ ਖੜ ਸਕਦੇ, ਹੈ ਨਾ। ਗੁਰੂ ਨਾਨਕ ਸਾਹਿਬ ਦਾ ਜਿਹੜਾ ਸਰਬੱਤ ਦਾ ਭਲਾ ਹੈ, ਔਰ ਜਿਵੇਂ ਉਹਨਾਂ ਨੇ ਕਾਸਟ ਦੇ ਸਿਸਟਮ ਨੂੰ ਐਡਰੈਸ ਕਰਨ ਦੀ ਗੱਲ ਕੀਤੀ ਹੈ, ਨੀਚਾ ਅੰਦਰ ਨੀਚ ਜਾਤ ਨੀਤੀ ਹੋਤ ਨੀ ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸੇ ਕੋਈ ਰੀਸ। ਚਾਹੇ ਖੱਬੇ ਪੱਖੀ ਨੇ ਇਹਨਾਂ ਨੇ ਜਾਤ ਦੇ ਕੁਐਸਚਨ ਨੂੰ ਐਡਰੈਸ ਨਹੀਂ ਕੀਤਾ ਕੰਟਰੀ 'ਚ। ਅਸੀਂ ਕਹਿੰਦੇ ਰਹੇ ਜਮਾਤ ਹੈ ਜੀ, ਗਰੀਬ ਤੇ ਅਮੀਰ ਹੁੰਦਾ, ਪਰ ਗਰੀਬ ਤੇ ਅਮੀਰ ਦੇ ਬਾਵਜੂਦ ਵੀ ਜਾਤ ਉਦੋਂ ਵੀ ਔਖਾ ਸਵਾਲ ਹੈ। ਅੱਜ ਵੀ ਪਿੰਡਾਂ 'ਚ ਚਲੇ ਜਾਓ ਜਿੱਥੇ ਤੀਜੇ ਹਿੱਸੇ ਦੀ ਜ਼ਮੀਨ ਦਾ ਜੋ ਰੌਲਾ ਪੈ ਰਿਹਾ, ਬਾਕੀ ਦਾ ਜੋ ਰੌਲਾ ਪੈ ਰਿਹਾ, ਇਹਨੂੰ ਐਡਰੈਸ ਕੀਤੇ ਬਿਨਾਂ ਅੱਖਾਂ ਮੀਚ ਕੇ ਨਹੀਂ ਲੰਘਿਆ ਜਾ ਸਕਦਾ ਕੋਲ ਦੀ। ਉਹ ਜਦੋਂ ਐਗਜ਼ਿਸਟ ਕਰਦੀ ਹੈ ਤਾਂ ਉਹਨੂੰ ਐਡਰੈਸ ਕਰਨਾ ਪਏਗਾ। ਤੇ ਇਸੇ ਤਰੀਕੇ ਦੇ ਨਾਲ ਜਿਹੜੀਆਂ ਬਾਕੀ ਦੀਆਂ ਚੀਜ਼ਾਂ ਨੇ, ਹੁਣ ਦੁਨੀਆ ਭਰ ਦੇ ਉੱਤੇ ਜਦੋਂ ਇੱਕ ਕਮਿਊਨਿਸਟ ਮਾਡਲ ਲੋਕਾਂ ਨੇ ਡਿੱਗਦਾ ਦੇਖਿਆ, ਸੋਵੀਅਤ ਯੂਨੀਅਨ ਡਿੱਗਿਆ, ਚਾਈਨਾ ਤਾਂ ਟੋਟਲ ਕਾਰਪੋਰੇਟ ਹੀ ਹੈ, ਸਾਡੇ ਸਾਹਮਣੇ ਆ ਉਸੇ ਤਰੀਕੇ ਦੇ ਨਾਲ, ਤਾਂ ਉਹਦੇ 'ਚ ਕੋਈ ਤਬਦੀਲ ਹੋਇਆ ਨਜ਼ਰੀਆ ਚਾਹੁੰਦੇ ਨੇ। ਹਰ ਚੀਜ਼ ਡਿਵੈਲਪ ਹੁੰਦੀ ਹੈ। ਜੇ ਤੁਸੀਂ ਕਹਿੰਦੇ ਹੋ ਜਿਹੜਾ ਕਮਿਊਨਿਸਟ ਕਹਿੰਦੇ ਨੇ ਅਸੀਂ ਸਾਇੰਟੀਫਿਕ ਆਈਡੀਏ ਦੇ ਬੰਦੇ ਆ, ਵਿਗਿਆਨਕ ਨਜ਼ਰੀਏ ਦੇ ਬੰਦੇ ਆ, ਤਾਂ ਨਜ਼ਰੀਆ ਵੀ ਤਾਂ ਬਦਲਦਾ। ਵਿਗਿਆਨ 'ਚ ਇਹ ਨਹੀਂ ਹੈ ਕਿ ਨਜ਼ਰੀਆ ਨਹੀਂ ਬਦਲਦਾ, ਬਾਕੀ ਚੀਜ਼ਾਂ ਬਦਲ ਜਾਂਦੀਆਂ ਨੇ। ਤਾਂ ਜਿਵੇਂ ਲੈਟਨ ਅਮਰੀਕਨ ਕੰਟਰੀ 'ਚ ਨੇ ਇੱਕ ਨਵਾਂ ਜਦੋਂ ਹੋਊਗਾ ਸਵੇਜ ਬਣਿਆ, ਉਹਨੇ ਕਿਹਾ ਕਿ ਮਾਡਰਨ ਕਿਸਮ ਦਾ ਇੱਕ ਬਦਲਿਆ ਹੋਇਆ ਸਮਾਜਵਾਦ ਦੀ ਮੈਂ ਗੱਲ ਕਰ ਰਿਹਾ, ਜਿਹੜਾ ਡੈਮੋਕ੍ਰੇਸੀ 'ਚ ਯਕੀਨ ਰੱਖੂਗਾ, ਜਿਹੜਾ ਬਾਕੀ ਦੀਆਂ ਚੀਜ਼ਾਂ 'ਚ ਰੱਖੂਗਾ, ਹੇਠਲੇ ਪੱਧਰ 'ਤੇ ਮੈਂ ਦੇਵਾਂਗਾ। ਪਰ ਜਿਹੜੀ ਪੁਰਾਣੀ ਫਿਲਾਸਫੀ 'ਚ ਅਜੇ ਲੋਕਾਂ ਨੂੰ ਇਹੀ ਲੱਗ ਰਿਹਾ ਕਿ ਉਹ ਡਿਕਟੇਟਰਸ਼ਿਪ ਦਾ ਕੁਐਸਚਨ ਹੈ, ਪ੍ਰੋਲੇਟੇਰੀਏਟ ਦੀ, ਉਹਦੇ 'ਚ ਪਾਰਟੀ ਦੀ ਡਿਕਟੇਟਰਸ਼ਿਪ ਦਾ ਕੁਐਸਚਨ ਹੈ, ਉਹਦੇ 'ਚ ਲੀਡਰ ਦੀ ਕੋਈ ਡਿਕਟੇਟਰਸ਼ਿਪ ਦਾ ਕੁਐਸਚਨ ਹੈ। ਕਿਸੇ ਵੀ ਟਾਈਪ ਦੀ ਡਿਕਟੇਟਰਸ਼ਿਪ ਦਾ ਜਿਹੜਾ ਕੋਈ ਫਿਲਾਸਫੀ ਹੋਵੇ ਜਾਂ ਐਕਸ਼ਨ ਹੋਵੇ, ਉਹ ਅੱਜ ਦੀ ਦੁਨੀਆ 'ਚ ਵਰਕੇਬਲ ਨਹੀਂ ਹੈ। ਜੇ ਹੈ ਤਾਂ ਉਹ ਐਂਟੀ ਪੀਪਲ ਭੁਗਤਦਾ ਹੈ ਕਿਸੇ ਵੀ ਟਾਈਪ ਦਾ। ਉਸ ਸਾਰੀਆਂ ਚੀਜ਼ਾਂ ਨੂੰ ਰਿਵਿਊ ਜਿਹੜਾ ਕਰਨਾ ਹੁੰਦਾ ਕਿ ਅਸੀਂ ਬਦਲਿਆ ਕੀ ਹੈ ਆਪਸ ਦੇ ਵਿੱਚ। ਇੱਕ ਖਾਸ ਤੌਰ 'ਤੇ ਜਿਹੜਾ ਖਾੜਕੂਬਾਦ ਦੇ ਦੌਰਾਨ ਜਿਹੜਾ ਪੰਥਕ ਬਨਾਮ ਕਾਮਰੇਡ ਇੱਕ ਗੱਲ ਬਣੀ ਹੈ, ਇਦੋਂ ਪਹਿਲਾਂ ਨਹੀਂ ਸੀ ਇਹ। ਇਦੋਂ ਪਹਿਲਾਂ ਤੁਸੀਂ ਦੇਖੋ ਕਿੰਨੇ ਹੀ ਸੀਗੇ ਵੱਡੇ ਲੀਡਰ। ਗਦਰੀ ਸੀ, ਗਦਰੀ ਖੱਬੇ ਪੱਖੀ ਵਿਚਾਰਧਾਰਾ ਨਾਲ ਵੀ ਸੀ, ਗਾਤਰੇ ਵੀ ਪਾਈ ਫਿਰਦੇ ਸੀ ਵਿੱਚ ਬਥੇਰੇ, ਔਰ ਉਸ ਵਿਚਾਰਧਾਰਾ ਨੂੰ ਕੋਈ ਐਂ ਪੁੱਛਦਾ ਹੀ ਨਹੀਂ ਸੀ ਵੀ ਤੂੰ ਇੱਧਰ ਹੈ ਜਾਂ ਉੱਧਰ ਹੈ, ਕੌਣ ਹੈ। ਕਦੇ ਗਦਰੀਆਂ ਨੂੰ ਇਹ ਸਵਾਲ ਪੁੱਛਿਆ ਵੀ ਤੁਸੀਂ 84 ਤੋਂ ਬਾਅਦ ਉਸ ਤੋਂ ਬਾਅਦ ਜ਼ਿਆਦਾ ਪਿਆ। ਤੇ ਸਾਨੂੰ ਸਾਰੀ ਐ ਜੇ ਸੁਸਾਇਟੀ ਪੰਥਕ ਧਿਰਾਂ ਨੂੰ ਵੀ ਇਹ ਸੋਚਣਾ ਪਏਗਾ ਕਿ ਤੁਹਾਡਾ ਕੋਈ ਬਹੁਤਾ ਗੈਪ ਨਹੀਂ ਬਹੁਤੇ ਮਾਮਲਿਆਂ 'ਚ। ਜੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਮਲਕ ਭਾਗੋ ਦੀ ਬਜਾਏ ਭਾਈ ਲਾਲੋ ਨਾਲ ਖੜਾ, ਕਾਮਰੇਡ ਵੀ ਇਹੀ ਕਹਿੰਦੇ ਮੈਂ ਗਰੀਬ ਨਾਲ ਖੜਾ, ਕੋਈ ਬਾਹਲਾ ਮਤਲਬ ਜਿਹੜਾ ਐਕਸ਼ਨ ਦਾ ਇਸ਼ੂ ਹੈ ਉਹਦੇ 'ਤੇ ਕੋਈ ਬਹੁਤਾ ਫਰਕ ਨਹੀਂ ਹੈ। ਇਹਨੂੰ ਨੇੜੇ ਲੱਗਣਾ ਚਾਹੀਦਾ, ਇਹਨੂੰ ਬੈਠ ਕੇ ਸੁਲਝਾਉਣਾ ਚਾਹੀਦਾ। ਜੇ ਇੱਕ ਫੇਜ਼ ਵਿੱਚ ਆ ਗਿਆ ਜਿਹੜਾ ਟਕਰਾਅ ਦਾ, ਕਿਸੇ ਦੀ ਵੀ ਗਲਤੀ ਕਰਕੇ ਆ ਗਿਆ, ਉਹਨੂੰ ਛੱਡਦੇ ਹੋਏ ਨਵੇਂ ਸਿਰਿਓਂ ਪੰਜਾਬ ਦੀ ਹੋਣੀ ਕਿਵੇਂ ਬਿਹਤਰ ਬਣੇ। ਮੈਨੂੰ ਲੱਗਦਾ ਜੇ ਖੱਬੇ ਪੱਖੀ ਵੀ ਇਹਦੇ 'ਚ ਪਹਿਲ ਕਦਮੀ ਕਰਨ ਜਾਂ ਬਾਕੀ ਕਰਨ। ਦੂਜੀ ਗੱਲ, ਅਜੇ ਵੀ ਖੱਬੇ ਪੱਖੀਆਂ ਦਾ ਇੱਕ ਗਰੁੱਪ ਵੱਡਾ ਜਿਹੜਾ ਜਿਹਦੇ ਕੋਲ ਮਜ਼ਬੂਤ ਜਥੇਬੰਦੀਆਂ ਵੀ ਨੇ, ਉਹ ਤਾਂ ਜਿਹੜੀਆਂ ਇਲੈਕਟੋਰਲ ਡੈਮੋਕ੍ਰੇਸੀ 'ਚ ਯਕੀਨ ਹੀ ਨਹੀਂ ਰੱਖਦਾ। ਉਹ ਤਾਂ ਇਹ ਕਹਿੰਦਾ ਨਾ ਕਿ ਇਹਦਾ ਤਾਂ ਕੋਈ ਮਤਲਬ ਨਹੀਂ ਹੈ। ਤਾਂ ਫਿਰ ਤੁਹਾਡਾ ਮਤਲਬ ਕੀ ਹੁੰਦਾ? ਕੀ ਇਹੀ ਬੰਦੇ ਸੱਤਾ ਚਾਹੁੰਦੇ ਰਹਿਣ, ਜਾਂ ਫਿਰ ਤੁਸੀਂ ਇਹ ਕਹੋ ਤੁਸੀਂ ਹਥਿਆਰਬੰਦ ਸਟਰਗਲ ਦੇ ਮਦਈ ਹੋ? ਦੋਨਾਂ 'ਚੋਂ ਇੱਕ ਲਾਈਨ ਲੈਣੀ ਪਏਗੀ। ਫਿਰ ਸਟੇਟ ਕਿਵੇਂ ਬਦਲੇਗੀ? ਸੂਬਾ ਜਾਂ ਤਾਂ ਵੋਟਾਂ ਨਾਲ ਬਦਲਦਾ ਸੱਤਾ ਜਾਂ ਹਥਿਆਰਾਂ ਨਾਲ ਬਦਲਦੀ ਹੈ। ਤੁਸੀਂ ਇਹ ਵੀ ਜਵਾਬ ਨਹੀਂ ਦਿੰਦੇ ਕਿ ਤੁਸੀਂ ਹਥਿਆਰਾਂ ਵਾਲੇ ਹੋ, ਤੁਸੀਂ ਇਹ ਵੀ ਜਵਾਬ ਨਹੀਂ ਦਿੰਦੇ ਕਿਹਦੇ ਵਾਲੇ ਹੋ। ਅਤੇ ਤੁਹਾਨੂੰ ਇਹਦੇ 'ਤੇ ਕਲੈਰਿਟੀ ਆਫ ਥਾਟ ਤਾਂ ਚਾਹੀਦਾ ਹੈ ਕਿ ਕਰਨਾ ਕੀ ਚਾਹੀਦਾ। ਜਿਹੜੇ ਵਿਚਾਰਾਂ 'ਚ ਐਡੀਆਂ ਵੱਡੀਆਂ ਐਕਸ਼ਨ 'ਚ ਉਲਝਣਾ ਹੋਣਗੀਆਂ ਤਾਂ ਲੋਕ ਭਰੋਸਾ ਕਿਵੇਂ ਕਰਨ ਉਸ ਗੱਲ ਦੇ ਉੱਤੇ? ਭਰੋਸਾ ਕਰਨ ਦੇ ਲਈ ਉਹਨਾਂ ਸਵਾਲਾਂ ਨੂੰ ਐਡਰੈਸ ਕਰਨਾ ਪਏਗਾ। ਆਖਰੀ ਸਵਾਲ ਜੀ, ਕੁਝ ਸ਼ਖਸੀਅਤਾਂ ਨੇ ਜਿਵੇਂ ਮਾਲਵਿੰਦਰ ਸਿੰਘ ਮਾਲੀ ਨੇ ਜਾਂ ਦੀਪ ਸਿੱਧੂ ਆ, ਉਹਨਾਂ ਨੇ ਤੁਹਾਡੀ ਸੰਸਥਾ ਦੇ ਖਿਲਾਫ ਜਿਹੜੇ ਬਿਆਨ ਦਿੱਤੇ ਆ, ਉਹਨਾਂ ਨੇ ਕਿਹਾ ਵੀ ਇਹ ਸਟਰਕਚਰ ਤੋਂ ਬਾਹਰ ਜਾ ਕੇ ਸੋਚ ਰਹੇ ਆ, ਜਾਂ ਇੱਥੋਂ ਤੱਕ ਉਹਨਾਂ ਨੇ ਮੰਦ ਬੁੱਧੀਆਂ ਦੇ ਬੁੱਧੀਜੀਵੀ ਤੱਕ ਵੀ ਕਹਿਣ ਦੀ ਕੋਸ਼ਿਸ਼ ਕੀਤੀ ਹੈ।
ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਨਹੀਂ, ਉਹ ਤੀਖਣ ਬੁੱਧੀ ਵਾਲੇ ਸਾਰਿਆਂ ਨੂੰ ਹੱਕ ਹੈ ਆਪੋ ਆਪਣਾ ਰਾਏ ਦੇਣ ਦਾ, ਕੋਈ ਇਹਦੇ 'ਤੇ ਦੋਰਾਮਾ ਨਹੀਂ ਹੈ। ਹਰ ਇੱਕ ਦਾ ਡਿਫਰੈਂਟ ਵਿਚਾਰ ਹੋ ਸਕਦਾ, ਉਹਨਾਂ ਦੇ ਵਿਚਾਰ ਲੋਕਾਂ ਨੂੰ ਲੱਗਣਗੇ ਤਾਂ ਉਹ ਦੇਖ ਲੈਣਗੇ, ਅਤੇ ਜਦੋਂ ਉਹਨਾਂ ਦੇ ਨਹੀਂ ਲੱਗਣਗੇ ਇਹ ਲੱਗੂਗਾ। ਇਹ ਬੰਦਿਆਂ ਦਾ ਕਿਰਦਾਰ ਜਿਹੜਾ ਪਿਛਲੇ ਲੰਮੇ ਸਮੇਂ ਤੋਂ 40-40 ਸਾਲ ਦਾ ਜਿਹੜੇ ਬੰਦੇ ਮੰਚ 'ਤੇ ਬਿਰਾਜਮਾਨ ਸੀ, ਲੋਕ ਉਹਨਾਂ ਦਾ ਕਿਰਦਾਰ ਵੀ ਜਾਣਦੇ ਨੇ ਅਤੇ ਸਭ ਦਾ ਕਿਰਦਾਰ ਜਾਣਦੇ ਨੇ, ਅਤੇ ਇਹ ਫੈਸਲਾ ਤਾਂ ਲੋਕਾਂ ਨੇ ਕਰਨਾ। ਬਾਕੀ ਡੈਮੋਕ੍ਰੇਸੀ ਹੈ, ਜਿਹਨੂੰ ਮਰਜ਼ੀ ਹੱਕ। ਹਾਂ, ਗਾਲੀ ਗਲੋਚ ਤੋਂ ਬਚਣਾ ਚਾਹੀਦਾ। ਲੌਜੀਕਲੀ ਜਿਹਦੀ ਮਰਜ਼ੀ ਨਿੰਦਾ ਕੀਤੀ ਜਾ ਸਕਦੀ ਹੈ, ਜਿਹਦੀ ਮਰਜ਼ੀ ਸਪੋਰਟ ਕੀਤੀ ਜਾ ਸਕਦੀ ਹੈ। ਧੰਨਵਾਦ ਜੀ। ਇਹ ਸਨ ਹਮੀਰ ਸਿੰਘ ਜੀ, ਜਿਨ੍ਹਾਂ ਨੇ ਵਿਸਥਾਰ ਦੇ ਵਿੱਚ ਦੱਸਿਆ ਕਿ ਜੇ ਨਵੇਂ ਏਜੰਡੇ ਨੇ, ਇਹਨਾਂ ਏਜੰਡਿਆਂ ਦੇ ਉੱਤੇ ਪੋਲੀਟੀਕਲ ਪਾਰਟੀਆਂ ਨੂੰ ਇਹ ਮਜਬੂਰ ਕੀਤਾ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਉਹ ਇਹਦੇ ਉੱਤੇ ਪਹਿਰਾ ਦੇਣ। ਜੇ ਅਗਰ ਪਹਿਰਾ ਨਹੀਂ ਦਿੰਦੇ ਤਾਂ ਕਾਨੂੰਨੀ ਚਾਰਾਜੋਈ ਵੀ ਕੀਤੀ ਜਾਏਗੀ, ਉਹਨਾਂ ਤੋਂ ਹਲਫੀਆ ਬਿਆਨ ਵੀ ਲਏ ਜਾਣਗੇ, ਔਰ ਇਹਨਾਂ ਮਸਲਿਆਂ ਦੇ ਉੱਤੇ ਲੋਕਾਂ ਦੀ ਕਚਹਿਰੀ ਦੇ ਵਿੱਚ ਗੱਲ ਹੋਣੀ ਚਾਹੀਦੀ ਆ, ਤਾਂ ਕਿਤੇ ਪੰਜਾਬ ਬਚ ਸਕਦਾ। ਮੈਂ ਕਰਮ ਸਿੱਖਾ, ਕੈਮਰਾਮੈਨ ਗੁਰਜੰਟ ਦੇ ਨਾਲ। ਦੇਖਦੇ ਰਹੋ ਦਾ ਮਿਰਰ ਪੰਜਾਬ TV। ਧੰਨਵਾਦ।